ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਗੁਜਰੀ ਮਹਿਲਾ ਪੰਜਵਾਂ। ਦੋਇ ਕਰ ਜੋੜ ਕਰੀ ਬੇਨੰਤੀ ਠਾਕੁਰ ਆਪਣਾ ਧਿਆਇਆ। ਹਾਥ ਦੇ ਰਾਖੇ ਪਰਮੇਸ਼ਰ ਸਗਲਾ ਦੁਰਤ ਮਿਟਾਇਆ। ਦੋਇ ਕਰ ਜੋੜ ਕਰੀ ਬੇਨੰਤੀ ਠਾਕੁਰ ਆਪਣਾ ਧਿਆਇਆ। ਹਾਥ ਦੇ ਰਾਖੇ ਪਰਮੇਸ਼ਰ ਸਗਲਾ ਦੁਰਤ ਮਿਟਾਇਆ। ਠਾਕੁਰ ਹੋਏ ਆਪ ਦਇਆਲ ਪਈ ਕਲਿਆਣ ਆਨੰਦ ਰੂਪ ਹੁਈ ਹੈ ਉਬਰੇ ਬਾਲ ਗੋਪਾਲ। ਠਾਕੁਰ ਹੋਏ ਆਪ ਦਇਆਲ ਪਈ ਕਲਿਆਣ ਆਨੰਦ ਰੂਪ ਹੁਈ ਹੈ ਉਬਰੇ ਬਾਲ ਗੋਪਾਲ। ਰਹਾਓ ਮਿਲ ਵਰ ਨਾਰੀ ਮੰਗਲ ਗਾਇਆ ਠਾकुर का जयकार। कहो नानक तिस गुर बलिहारी जिन सबका किया उधार। मिलवर नारी मंगल गाया ठाकुर का जयकार। कहो नानक तिस गुर बलिहारी जिन सबका किया उधार। वाहे गुरु वाहे गुरु वाहे गुरु वाहे गुरु वाहे गुरु। वाहिगुरु जी का खालसा वाहिगुरु जी की फतेह। The reason we had tried to repeat here the Panj Paudiyan after 7th, okay, I was kind of concerned कि ਅਸੀਂ ਪੜ੍ਹਦੇ ਹਾਂ ਗੁਰਬਾਣੀ ਸੁਣ ਮੇਰਾ ਮਨ द्रव ਗਿਆ ਮਨ ਭੀਨਾ ਨਿਜ ਕਰ ਆਵੇਗੋ। ਤੇ ਆਈ ਥਾਟ ਕਿ ਜਦੋਂ ਆਪਾਂ ਕਲਾਸਾਂ ਸਸਪੈਂਡ ਕੀਤੀਆਂ ਹੋਈਆਂ ਸੀ for a while, over a month I guess, I don't remember the time span, ਤੇ ਮੇਰਾ ਖਿਆਲ ਸੀ ਵੀ ਸਾਰਿਆਂ ਨੇ ਵਾਵਾ ਮਿਹਨਤ ਕੀਤੀ ਹੋਣੀ ਆ, ਗਾਂ ਲੈ ਕੇ ਜਾ ਸਕਦੇ ਹਾਂ ਅਸੀਂ, ਨੈਕਸਟ ਸਟੈਪ ਤੇ ਵੀ ਜਾ ਸਕਦੇ। ਪਰ ਆਈ ਕਰੈਕਟ ਮੀ ਇਫ ਆਮ ਰੋਂਗ, ਮੈਨੂੰ ਇੱਦਾਂ ਲੱਗਿਆ ਕਿ ਵੀ ਟਰਾਈ ਟੂ ਗੂਫ। ਅਸੀਂ ਜੋ ਕੁਝ ਪੜ੍ਹਿਆ ਸੀ ਅਸੀਂ ਉਹ ਵੀ ਚੇਤੇ ਨਹੀਂ ਕੀਤਾ, ਉਹਨੂੰ ਵੀ ਅਸੀਂ ਰਿਵਾਈਜ਼ ਨਹੀਂ ਕੀਤਾ। ਐਮ ਆਈ ਰੋਂਗ? ਪਲੀਜ਼ ਕਰੈਕਟ ਮੀ।
ਸੋ ਦੈਟ ਮੀਨਸ ਕਿ ਅਸੀਂ ਛੁੱਟੀ ਕੀਤੀ। in other words, ਜਿਸ ਤਰ੍ਹਾਂ ਅਸੀਂ ਕਹਿੰਦੇ ਨਾ ਛੁੱਟੀ ਹੋਈ ਹੈ ਅੱਜ। ਗਰਮੀ ਦੀ ਛੁੱਟੀਆਂ, ਸਰਦੀਆਂ ਦੀ ਛੁੱਟੀ। ਹਾਂਜੀ, ਕ੍ਰਿਸਮਸ ਦੀ ਛੁੱਟੀਆਂ, ਕ੍ਰਿਸਮਸ ਦੀ ਛੁੱਟੀਆਂ। ਔਰ ਛੁੱਟੀ ਅਸੀਂ ਉਹਦੇ ਖੁਸ਼ੀ 'ਚ ਕੀਤੀ ਜਿਹੜਾ ਸਾਡੀ ਸਾਰਿਆਂ ਦੀ ਛੁੱਟੀ ਕਰ ਸਕਦਾ। ਅਸੀਂ ਉਹਨੂੰ ਵੱਡੀ ਵੀ ਨਹੀਂ ਦਿੱਤੀ, ਉਹਨੂੰ ਰਿਸ਼ਵਤ ਵੀ ਨਹੀਂ ਦਿੱਤੀ। ਕਿੰਨੇ ਚੰਗੇ ਹਾਂ ਅਸੀਂ, ਤੇ ਅਸੀਂ ਕਹਿੰਦੇ ਅਸੀਂ ਉਹਦੇ ਸਿੱਖ ਹਾਂ। ਹੁਣ ਜਦੋਂ ਅਸੀਂ ਅੱਜ ਰਿਪੀਟ ਕਰਨ ਲੱਗੇ ਹਾਂ ਤੇ ਉਸ ਰੈਪੀਟੀਸ਼ਨ ਦੇ ਪੈਰੇਂਥੇਸਿਸ ਦੇ ਬਾਹਰ ਇਹ ਮੇਰੀ ਗੱਲ ਰੱਖ ਲੈਣਾ ਪਲੀਜ਼, ਤੇ ਫਿਰ ਉਹਦੇ ਬਾਰੇ ਵਿਚਾਰ ਦੇਣਾ ਆਪਣੇ। ਮੈਂ ਕੋਈ ਔਖੀ ਗੱਲ ਤੇ ਨਹੀਂ ਕੀਤੀ ਨਾ ਜੀ? ਸਮਝ ਆਈ ਸਾਰਿਆਂ ਨੂੰ? ਚਲੋ ਕਰੋ ਜੀ ਸ਼ੁਰੂ। ਇਸ ਕਰਕੇ ਅਸੀਂ ਸਿਰਫ 5 ਹੀ ਪੌੜੀਆਂ ਰੱਖੀਆਂ। ਕਈਆਂ ਨੂੰ ਇਤਰਾਜ਼ ਵੀ ਹੋਇਆ ਕਿ ਲਓ ਜੀ ਇਹ ਤੇ ਅਸੀਂ ਅੱਗੇ ਵੀ ਇੱਕ ਵਾਰੀ ਕਰ ਚੁੱਕੇ ਹੋਏ ਹਾਂ, ਜਦ ਕਿ ਸਾਨੂੰ ਸਾਰਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਾਹਿਬ ਮੇਰਾ ਨੀਤ ਨਵਾਂ ਹੈ। ਜੇ ਅਸੀਂ ਕੱਲ ਜਿਹੜੀ ਬਾਣੀ ਪੜ੍ਹੀ ਹੈ, ਇੱਕ ਸ਼ਬਦ ਪੜ੍ਹਿਆ ਹੈ, ਅੱਜ ਅਸੀਂ ਉਹਨੂੰ ਦੁਬਾਰਾ ਪੜਾਂਗੇ ਤੇ ਉਹਦੇ ਸਾਡੇ ਕੋਲ ਰਿਲੇਟਿਵਿਟੀ ਜਿਹੜੀ ਹੈ ਉਹ ਡਿਫਰੈਂਟ ਹੋ ਜਾਏਗੀ। ਪਰ ਕਿਉਂਕਿ ਅਸੀਂ ਮਨੁੱਖੀ ਜੀਵ ਹਾਂ, ਸਾਡੀ ਸੋਚ ਇੱਕੋ ਤਰ੍ਹਾਂ ਤੇ ਚੱਲਦੀ ਹੈ, ਇੱਕੋ ਬਹਿਰ ਤੇ ਚੱਲਦੀ ਹੈ, ਅਸੀਂ ਇਹੋ ਜਿਹੀ ਗੱਲ ਕੀਤੀ ਹੋਏਗੀ। ਲੈਟ ਅਸ ਹੀਅਰ ਆਊਟ ਈਚ ਅਦਰ ਕਿ ਅਸੀਂ ਕੀ ਮਹੀਨਾ 2 ਪਹਿਲੇ ਪੜ੍ਹਿਆ ਸੀ, ਉਹਦੇ ਚੋਂ ਕਿੰਨਾ ਕੁਝ ਰਿਟੇਨ ਕੀਤਾ ਸੀ ਤੇ ਉਹਦੇ ਚੋਂ ਕਿੰਨਾ ਕੁਝ ਰਿਵਾਈਜ਼ ਕਰਕੇ ਅੱਜ ਅਸੀਂ ਫਿਰ ਉਹ ਜਾਣੇ ਪਿਛਲੇ ਔਗਣ ਬਖਸ਼ ਲੈ ਪ੍ਰਭ, ਮਾਲਕ ਤੇ ਮਿਹਰਬਾਨ ਹੈ। ਜੇ ਅਸੀਂ ਅੱਜ ਵੀ ਐਂਡੇਵਰ ਕਰਾਂਗੇ ਕਿ ਨਹੀਂ ਪਾਤਸ਼ਾਹ, ਕਹਿਣਾ ਨਹੀਂ ਹੈ, ਅਸੀਂ ਅੰਦਰੋਂ ਵੀ ਫੀਲ ਕਰੀ ਕਿ ਨਹੀਂ ਸਾਥੋਂ ਗਲਤੀ ਹੋਈ, ਅਸੀਂ ਗਾਂ ਤੋਂ ਇਹ ਸੁਣਨ ਦੀ ਜਿਹੜੀ ਸਿਗਨੀਫੀਕੈਂਸ ਹੈ, ਉਹਦੀ ਇੰਪੋਰਟੈਂਸ ਜਿਹੜੀ ਹੈ ਸਾਨੂੰ ਪਤਾ ਲੱਗ ਜਾਏ, ਤੇ ਤਾਂ ਵੀ ਸ਼ੁਕਰ ਹੈ ਉਹ ਭੁੱਲਾਂ ਨਾ ਜਾਣੀਆਂ ਜੋ ਸ਼ਾਮੀ ਘਰ ਆਵੇ। ਸੋ ਆਓ ਜੀ ਪਲੀਜ਼, ਕੌਣ ਕਰੂਗਾ ਪਹਿਲੋਂ? Vaheguru Ji Ka Khalsa, Vaheguru Ji Ki Fateh. I think in my understanding of the 7 to 11, the 4 podiyan. 8 to 8. Anji, sorry, 8. 9, 8 to 11. Sorry. This 4 podiyan are telling me that if I am connected, sonye, means I listened, I understood, I internalized it, and I lived, or rather I live the virtues that I'm hearing and listening and understanding, then I will be so in a situation of poise, equipoise, meaning sage, that I will be devoid of dukkha and path, sins and pains, because I would not be segregated or separated from the divine, and that's basically the summary in brief about the 4 podiyans of Sonay. Ji, very good. ਹਰਕੇਵਲ ਜੀ, ਕਿੱਦਾਂ ਆਪਾਂ ਇੱਕ ਪੌੜੀ ਤੋਂ ਪੌੜੀ ਚੱਲਣੀ, ਮੈਂ ਪਹਿਲਾਂ ਕਰਨੀ ਹੈ ਕਿੱਦਾਂ? ਜਿਸ ਤਰ੍ਹਾਂ ਤੁਹਾਡਾ ਚਿੱਤ, ਜਿੱਦਾਂ ਤੁਹਾਨੂੰ ਸਮਝ ਆਉਂਦੀ। ਚਲੋ ਮੈਂ 8ਵੀਂ ਪੌੜੀ ਕਰਦੇ, ਫਿਰ ਦੁਗਾਂ ਦੀ ਗਾਂ ਸੀਰੀ ਸ਼ੁਰੂ ਹੋ ਜਾਏਗੀ। ਅੱਛਾ ਜੀ, ਨਹੀਂ ਫਿਰ ਤੁਸੀਂ 8ਵੀਂ ਕਰੋਗੇ, ਕੋਈ ਕਹੇਗਾ ਮੈਂ 9ਵੀਂ ਕਰ ਦਿੰਦਾ। ਹਾਂ ਫਿਰ ਠੀਕ ਹੈ ਨਾ, ਸਾਰਿਆਂ ਨੂੰ ਟੱਚ ਤੇ ਦਿਓ ਨਾ ਥੋੜਾ ਜਿਹਾ, ਮਤਲਬ ਥਾਟ ਇੱਕ ਹੈਗੀ ਹੈ ਨਾ ਸੁਣਿਆਂ ਦੇ ਵਿੱਚ, ਰਾਈਟ? 8ਵੀਂ ਪੌੜੀ ਦੇ ਥਰਸਟ ਦੇ ਕੇ ਬਾਕੀਆਂ ਨੂੰ ਬ੍ਰਸ਼ ਟੱਚ ਦੇ ਦਿਓ, ਬਾਕੀ ਛੱਡ ਦਿਓ। ਕਿਧਰੇ ਉਹ ਨਾ ਹੋਵੇ ਸਾਰੇ 8ਵੀਂ ਕਰ ਜਾਣ ਤੇ ਉਹ 10ਵੀਂ ਜਿਹੜੀ 11ਵੀਂ ਉਹ ਮੇਰੇ ਕੋਲ ਹੀ ਆ ਜਾਏ। As you feel. ਤੁਹਾਨੂੰ ਮੈਂ ਇਸ ਕਰਕੇ ਕਹਿ ਰਿਹਾ ਕਿ ਤੁਸੀਂ ਥੋੜੇ ਜਿਹੇ ਸਿਆਣੇ ਹੋ ਮੈਥੋਂ, ਇਸ ਕਰਕੇ ਕਿਰਪਾ ਕਰੋ। ਨਹੀਂ ਠੀਕ ਹੈ, ਜਿੱਦਾਂ ਵੀਰ ਜੀ ਨੇ ਬਿਲਕੁਲ ਫਿਰ ਸਹੀ ਕਿਹਾ ਹੈਗਾ। ਤੇ ਇਹ ਚਾਰੇ ਪੌੜੀਆਂ ਹੈਗੀਆਂ ਜਿਹੜੀਆਂ ਉਹ ਸੁਣਿਆਂ ਦੀਆਂ ਕਿ ਵੀ ਸੁਣਨ ਦੀ ਬਰਕਤ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਕੀ ਤਬਦੀਲੀ ਹੁੰਦੀ ਹੈ, ਅਸੀਂ ਕਿਸ ਮਕਾਮ ਨੂੰ ਹਾਸਲ ਕਰ ਸਕਦੇ ਹੈਗੇ ਜੇ ਅਸੀਂ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਦੇ ਵਿੱਚ, ਆਪਣੇ ਹਿਰਦੇ ਦੇ ਵਿੱਚ ਵਸਾ ਲੈਂਦੇ ਹੈਗੇ ਆ।
ਜਿਵੇਂ ਕਿ ਤੁਸੀਂ ਦੱਸਿਆ ਸੀ ਵੀ ਸੁਣਿਆ ਦਾ ਪ੍ਰੋਸੈਸ ਕੀ ਹੈ, ਸੁਣਨਾ ਕਿੱਦਾਂ, ਸੁਣਦੇ ਤਾਂ ਅਸੀਂ ਆਪਾਂ ਹਰ ਰੋਜ਼ ਹੀ ਹਾਂ, ਕੰਨਾਂ ਦੇ ਨਾਲ ਸੁਣਦੇ ਹਾਂ। ਜਦੋਂ ਸੁਣਦੇ ਹਾਂ ਵੀਰ ਜੀ ਉਹਨਾਂ ਨੇ ਤੁਸੀਂ ਵੀ ਦੱਸਿਆ ਸੀ ਇਹ ਸਾਰਾ ਕੁਛ, ਵੀ ਜਦੋਂ ਅਸੀਂ ਸਾਰੀਆਂ ਆਪਣੀਆਂ ਫੈਕਲਟੀਜ਼ ਨੂੰ, ਸਾਰੇ ਆਪਣੇ ਗਿਆਨ ਇੰਦਰੀਆਂ ਨੂੰ ਫੋਕਸ ਕਰਕੇ ਪਰਮਾਤਮਾ ਦਾ ਅੰਮ੍ਰਿਤ ਨਾਮ ਅਸੀਂ ਜਦੋਂ ਕੰਨਾਂ ਦੇ ਥਰੂ ਸੁਣਦੇ ਹਾਂ, ਸੁਣ ਕੇ ਉਹਨੂੰ ਅੰਦਰ ਵਿਚਾਰ ਕਰਦੇ ਹਾਂ, ਵਿਚਾਰ ਕਰਕੇ ਸਮਝ ਲੈਂਦੇ ਹਾਂ, ਸਮਝ ਕੇ ਅਸੀਂ ਆਪਣੀ ਧੁਰ, ਆਪਣੇ ਅੰਤਰ, ਉਹ ਆਪਣੀ ਵਿਵੇਕ ਦਾ, ਆਪਣੀ ਵਿਜ਼ਡਮ ਦਾ ਹਿੱਸਾ ਬਣਾਉਂਦੇ। ਜਦ ਹੁਣ ਇਹਦੇ 'ਚ ਦੋ ਚੀਜ਼ਾਂ ਹੈਗੀਆਂ, ਇੱਕ ਤਾਂ ਉਸ ਸੁਣਨ ਦਾ ਪ੍ਰੋਸੈਸ ਕੀ ਹੈ, ਇੱਕ ਸੈਕੰਡ ਵੀ ਅਸੀਂ ਸੁਣਨਾ ਕੀ ਹੈ, ਕਿੱਦਾਂ ਦੀ ਕੀ ਸੁਣਨਾ। ਜਿਵੇਂ ਆਨੰਦ ਸਾਹਿਬ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਇਹ ਸਰਵਣੋ ਮੇਰਿਓ ਸਾਚੇ ਸੁਣਨੇ ਨੂੰ ਪਠਾਏ। ਅਸੀਂ ਸੁਣਨਾ ਸੱਚ ਹੈ, ਸੁਣੋ ਸਤ ਬਾਣੀ, ਸਤ ਬਾਣੀ ਸੁਣਨੀ ਆ। ਕਹੇ ਨਾਨਕ ਅੰਮ੍ਰਿਤ ਨਾਮ ਸੁਣੋ, ਪਰਮਾਤਮਾ ਦਾ ਅੰਮ੍ਰਿਤ ਨਾਮ ਸੁਣਨਾ ਹੈ ਜੀ। ਉਹਦੇ ਨਾਲ ਕੀ ਪਵਿੱਤਰ ਹੋਵੋ। ਪਵਿੱਤਰ ਹੋਣ ਦਾ ਮਤਲਬ ਕੀ ਹੈਗਾ ਵੀ ਅੰਦਰ ਜਿਹੜੀਆਂ ਸਾਡੀ ਜਿਹੜੇ ਥੋਟਸ, ਜਿਹੜੀਆਂ ਗਲਤ ਥੋਟਸ ਜਿਹੜੀਆਂ ਸਾਡੇ ਚੋਂ ਨਿਕਲ ਜਾਂਦੀਆਂ ਹੈਗੀਆਂ, ਤੇ ਵਧੀਆ ਜਿਹੜੀਆਂ ਥੋਟਸ ਜਿਹੜੀਆਂ ਸਾਡੇ ਅੰਦਰ ਰਹਿ ਜਾਂਦੀਆਂ ਹੈਗੀਆਂ, ਜਿਹਦੇ ਨਾਲ ਸਾਡਾ ਅੰਤਰ ਆਤਮਾ ਪਵਿੱਤਰ ਹੋ ਜਾਂਦਾ ਹੈਗਾ, ਤੇ ਸਾਡੇ ਅੰਦਰ ਗੁਣ ਪ੍ਰਵੇਸ਼ ਹੋਣੇ ਸ਼ੁਰੂ ਹੋ ਜਾਂਦੇ, ਤੇ ਅਵਗੁਣ ਸਾਡੇ ਚੋਂ ਨਿਕਲਣੇ ਸ਼ੁਰੂ ਹੋ ਜਾਂਦੇ। ਤੇ ਇਸ ਤਰ੍ਹਾਂ ਦੀ ਬਰਕਤ ਦੇ ਨਾਲ, ਸੁਣ ਦੀ ਬਰਕਤ ਦੇ ਨਾਲ, ਮਹਾਰਾਜ ਕਹਿੰਦੇ ਵੀ ਜਿੱਦਾਂ ਸਨਾਤਨ ਧਰਮ ਦੇ ਵਿੱਚ ਸਿੱਧ, ਸੁਰ ਤੇ ਨਾਥ, ਜਾਂ ਮੁਸਲਿਮ ਧਰਮ ਦੇ ਵਿੱਚ ਪੀਰ ਨੂੰ ਉਹਨਾਂ ਨੂੰ ਇੰਨੀ ਵੱਡੀ ਆਤਮਿਕ ਅਵਸਥਾ, ਉੱਚੀ ਪਦਵੀ ਦਿੱਤੀ ਸਮਝੀ ਜਾਂਦੀ ਹੈਗੀ ਆ, ਇਹ ਸੁਣਨ ਦੇ ਪ੍ਰੋਸੈਸ ਦੇ ਨਾਲ ਹੀ ਤੈਨੂੰ ਹੋਰ ਕੁਛ ਕਰਨ ਦੀ ਲੋੜ ਨਹੀਂ, ਤੈਨੂੰ ਇਹ ਚੀਜ਼ਾਂ ਦੀ ਆਤਮਿਕ ਅਵਸਥਾ ਤੁਹਾਡੀ ਇੰਨੀ ਉੱਚੀ ਹੋ ਸਕਦੀ ਹੈ ਕਿ ਸਿਰਫ ਤੇ ਸਿਰਫ ਜੇ ਅਸੀਂ ਪਰਮਾਤਮਾ ਦੇ ਜਾਂ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਅੰਦਰ, ਆਪਣੇ ਅੰਦਰ ਆਤਮੇ ਵਿੱਚ ਵਿਵੇਕ ਦਾ ਇੱਕ ਹਿੱਸਾ ਬਣਾ ਲਵਾਂਗੇ। ਸੁਣਿਆ ਧਰਤ ਧਵਲ ਆਕਾਸ਼। ਸੁਣ ਦੀ ਬਰਕਤ ਦੇ ਨਾਲ ਹੀ ਸਾਨੂੰ ਧਰਤ ਦਾ ਜਿਹੜਾ ਧਵਲ ਹੈਗਾ, ਜਾਂ ਧਰਤੀ ਦਾ ਜਿਹੜਾ ਸਹਾਰਾ ਹੈਗਾ, ਜਿਵੇਂ ਧਰਤੀ ਦਾ ਬਲਦ ਕਹਿੰਦੇ ਆ, ਜਾਂ ਆਕਾਸ਼ ਦਾ ਸਹਾਰਾ ਕੀ ਹੈ, ਸਾਨੂੰ ਉਹਦੀ ਸੋਝੀ ਆਉਂਦੀ ਵੀ ਪਰਮਾਤਮਾ ਹੀ ਇਸ ਦੇ ਪਿੱਛੇ, ਇਹ ਸਾਰੀਆਂ ਚੀਜ਼ਾਂ ਦਾ ਸਹਾਰਾ ਜਿਹੜਾ ਹੈਗਾ ਇਹ ਪਰਮਾਤਮਾ ਹੀ ਹੈ। ਸੁਣਿਆ ਦੀਪ ਲੋਹ ਪਾਤਾਲ। ਅੱਛਾ, ਸੁਣ ਦੀ ਬਰਕਤ ਦੇ ਨਾਲ ਹੀ ਦੀਪ ਲੋਹ ਪਾਤਾਲ ਦੇ ਵਿੱਚ ਕਿੱਦਾਂ ਵੀ ਸਾਨੂੰ ਇਹ ਪਤਾ ਲੱਗਣਾ ਸ਼ੁਰੂ, ਉਸਨੂੰ ਸਮਝ ਆਉਂਦੀ ਹੈ ਕਿ ਹਰ ਪਾਸੇ ਪਰਮਾਤਮਾ ਹੀ ਪਰਮਾਤਮਾ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਹਰੇਕ ਪਾਸੇ ਉਹ ਪਰਮਾਤਮਾ ਦਾ ਹੀ ਪਸਾਰਾ ਹੈ। ਦੀਪ ਲੋਹ ਪਾਤਾਲ ਦੇ ਵਿੱਚ ਸੁਣਿਆ ਉਹ ਨਾ ਸਕੇ ਕਾਲ। ਸੇ ਜਦੋਂ ਸੁਣ ਲੈਂਦੇ ਹੈਗੇ ਆ ਇਸ ਪਰਮਾਤਮਾ ਦੇ ਨਾਮ ਨੂੰ, ਅਸੀਂ ਅੰਦਰ ਵਸਾ ਲੈਂਦੇ ਹੈਗੇ ਆ, ਉਹ ਨਾ ਸਕੇ ਕਾਲ। ਇਹ ਕਾਲ ਦਾ ਜਿਹੜਾ ਜਮ ਦਾ ਜਿਹੜਾ ਡਰ ਹੈਗਾ ਸਾਡੀ, ਇਹ ਸਾਡੇ ਉੱਤੇ ਜ਼ੋਰ ਨਹੀਂ ਪਾ ਸਕਦਾ ਜੀ। ਨਾਨਕ ਭਗਤਾ ਸਦਾ ਵਿਕਾਸ। ਜਿਹੜਾ ਇਸ ਤਰ੍ਹਾਂ ਸੁਣਨ ਦੇ ਨਾਲ ਜਿਹੜੇ ਭਗਤ ਹੈਗੇ ਆ, ਉਹਨਾਂ ਦੇ ਮਨ ਦੇ ਵਿੱਚ ਹਮੇਸ਼ਾ ਹੀ ਖੇੜਾ ਰਹਿੰਦਾ ਹੈਗਾ, ਹਮੇਸ਼ਾ ਹੀ ਖੇੜਾ ਬਣਿਆ ਰਹਿੰਦਾ ਹੈਗਾ। ਸੁਣਿਆ ਦੁੱਖ ਪਾਪ ਕਾ ਨਾਸ। ਅੱਛਾ, ਇਹ ਫਿਰ ਅੱਗੇ ਇਹ ਸਰੀਰਕ ਤੌਰ ਦੀ ਗੱਲ ਨਹੀਂ ਕਰਦੇ ਹੈਗੇ ਮਹਾਰਾਜ, ਕਿਉਂਕਿ ਉਹ ਤਾਂ ਆਪਾਂ ਨੂੰ ਪਤਾ ਵੀ ਦੁੱਖ ਸੁੱਖ ਦੋਏ ਦਰਦ ਕੱਪੜੇ, ਇਹ ਤਾਂ ਆਉਣੇ ਹੀ ਜਾਣੇ ਹੈਗੇ ਆ। ਤੇ ਆਤਮਿਕ ਦੁੱਖ ਸੁੱਖ ਇਹ ਵੀ ਉਹਨਾਂ ਦੇ ਉੱਤੇ ਇਨਸਾਨ, ਉਹ ਜਿਹੜੇ ਬੰਦੇ ਪਰਮਾਤਮਾ ਦੇ ਨਾਮ ਨੂੰ ਵਸਾ ਲੈਂਦੇ ਹਨ, ਇਹ ਆਤਮਿਕ ਦੁੱਖ ਸੁੱਖ ਵੀ ਉਹਨਾਂ ਦੇ ਉੱਤੇ ਨਹੀਂ ਆਉਂਦਾ, ਉਹ ਵੀ ਉਹਨਾਂ ਦੇ ਹੋ ਨਹੀਂ ਸਕਦਾ। ਇਹ ਬਾਕੀ ਸਾਰੀਆਂ ਵੀ ਇਸੇ ਤਰ੍ਹਾਂ ਹੀ ਚੱਲਦੀਆਂ ਹਨ ਵੀ ਸੁਣਨ ਦੀ ਬਰਕਤ ਦੇ ਨਾਲ ਸਾਡੇ ਮਨ ਦੇ ਅੰਦਰ, ਸਾਡੀ ਜ਼ਿੰਦਗੀ ਦੇ ਉੱਤੇ ਕਿਹੜੀ ਕਿਹੜੀ ਤਬਦੀਲੀ ਆਉਂਦੀ ਹੈਗੀ ਹੈ। ਵਾਹਿਗੁਰੂ ਜੀ। ਗ੍ਰੇਟ, ਐਕਸਲੈਂਟ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਇਹ ਚਾਰੇ ਪੌੜੀਆਂ ਦੇ ਅੰਦਰ ਦੋ ਪੰਕਤੀਆਂ ਨੂੰ ਆਪਾਂ ਰਿਪੀਟ ਮਿਲਦੀਆਂ। ਨਾਨਕ ਭਗਤਾ ਸਦਾ ਵਿਕਾਸ, ਸੁਣਿਆ ਦੁੱਖ ਪਾਪ ਕਾ ਨਾਸ। ਨਾਨਕ ਜੀ ਕਹਿੰਦੇ ਭਗਤਾ ਸਦਾ ਵਿਕਾਸ। ਭਗਤ ਕੌਣ ਆ? ਭਗਤ ਜਿਹੜੇ
ਗੁਰਬਾਣੀ ਨੂੰ ਸੁਣਦੇ ਆ, ਗੁਰਬਾਣੀ ਦੇ ਨਾਲ ਚੱਲਦੇ ਆ, ਗੁਰਬਾਣੀ ਨੂੰ ਮਨ 'ਚ ਵਸਾਉਂਦੇ ਆ, ਉਹਨਾਂ ਦੀ ਗੱਲ। ਕੀ ਅਸੀਂ ਵੀ ਭਗਤ ਹੋ ਸਕਦੇ ਆ? ਕਿਉਂ ਨਹੀਂ? ਜੇ ਅਸੀਂ ਵੀ ਗੁਰਬਾਣੀ ਨੂੰ ਮਨ ਦੇ ਨਾਲ ਸੁਣਾਂਗੇ, ਗੁਰਬਾਣੀ ਨੂੰ ਆਪਣੇ ਮਨ 'ਚ ਵਸਾਵਾਂਗੇ, ਗੁਰਬਾਣੀ ਨਾਲ ਇੱਕਮਿਕ ਹੋ ਜਾਾਂਗੇ, ਅਸੀਂ ਵੀ ਭਗਤ ਹੋ ਸਕਦੇ ਹਾਂ। ਤੇ ਭਗਤ ਦੇ ਨਾਲ ਅੱਗੇ ਦੱਸਦੇ ਆ, ਸੁਣਿਆ ਦੁੱਖ ਪਾਪ ਕਾ ਨਾਸ਼। ਇਹ ਦੁੱਖ ਪਾਪ ਦਾ ਨਾਸ਼, ਜਿਸ ਤਰ੍ਹਾਂ ਜਿਹੜੇ ਆਪਣੇ ਉੱਪਰ ਦਿੱਤੇ ਗਏ ਆ ਵੀ ਜਾਣੇ ਸੁਣ ਦੇ ਨਾਲ ਈਸ਼ਰ ਬ੍ਰਹਮਾਇੰਦ, ਸੁਣਿਆ ਮੁਖ ਸਲਾਹਣਮੰਦ, ਸੁਣਿਆ ਜੋਗ ਜੁਗ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ, ਇਹਨਾਂ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਜਾਂਦਾ। ਪਰ ਮੈਂ ਸੋਚਦਾ ਬਈ ਸੁਣਿਆ ਦੁੱਖ ਪਾਪ ਕਾ ਨਾਸ਼, ਇਹ ਜਿਹੜੇ ਦੁੱਖ ਤੇ ਪਾਪ ਆ ਇਹਨਾਂ ਦਾ ਨਾਸ਼ ਹੋ ਜਾਂਦਾ, ਇਹਨਾਂ ਤੋਂ ਬੰਦਾ ਉੱਪਰ ਉੱਠ ਜਾਂਦਾ। ਜਿਸ ਤਰ੍ਹਾਂ ਕਿ ਸਾਡੇ ਸਿੱਖ ਇਤਿਹਾਸ ਦੇ ਵਿੱਚ ਬਹੁਤ ਸਾਰੇ ਸਿੱਖ ਸ਼ਹੀਦੀਆਂ ਪ੍ਰਾਪਤ ਕੀਤੀਆਂ ਜਿਨ੍ਹਾਂ ਨੇ, ਉਹ ਇੱਕਮਿਕ ਪਰਮਾਤਮਾ ਦੇ ਨਾਲ ਹੋਏ। ਬੇਸ਼ੱਕ ਉਹਨਾਂ ਦੇ ਬੰਦ ਕੱਟੇ ਗਏ, ਸਿਰਾਂ ਦੇ ਉੱਪਰੋਂ ਖੋਪਰ ਲਿਥ ਗਏ, ਕੀ ਉਹਨਾਂ ਨੂੰ ਸਰੀਰਕ ਦੁੱਖ ਨਾ ਹੋਇਆ ਹੋਏਗਾ? ਦੁੱਖ ਤਾਂ ਹੋਇਆ ਹੋਏਗਾ, ਪਰ ਪਰਮਾਤਮਾ ਦੇ ਨਾਲ ਇੱਕਮਿਕ ਹੋਣ ਕਾਰਨ ਉਹਨਾਂ ਨੂੰ ਪਰਮਾਤਮਾ ਵੱਲੋਂ ਦੁੱਖ ਨੂੰ ਸਹਿਣ ਕਰਨ ਦੀ ਸ਼ਕਤੀ ਮਿਲੀ ਹੋਈ ਹੈ। ਉਹਨਾਂ ਨੂੰ ਦੁੱਖ ਮਹਿਸੂਸ ਨਹੀਂ ਹੋਇਆ। ਆਤਮਕ ਦੁੱਖ ਤੋਂ ਉੱਪਰ ਉੱਠ ਜਾਂਦੇ, ਕਿਉਂਕਿ ਸਾਰੇ ਦੁੱਖ ਸੁੱਖ ਜਿਹੜੇ ਤੁਹਾਡੀ ਆਤਮਾ ਦੇ ਨਾਲ ਹੀ ਮਹਿਸੂਸ ਕੀਤੇ ਜਾਂਦੇ ਆ। ਜੇ ਤੁਹਾਡੀਆਂ ਇੱਛਾਵਾਂ ਦੇ ਨਾਲ, ਤੁਹਾਡੇ ਸਰੀਰਕ ਨੂੰ ਜਾਂ ਤੁਹਾਡੀ ਫੈਮਿਲੀ ਨੂੰ ਜੋ ਵੀ ਤੁਹਾਨੂੰ ਦੁੱਖ ਸੁੱਖ ਮਿਲਦੇ ਆ, ਉਦੋਂ ਉੱਪਰ ਉੱਠ ਜਾਂਦਾ ਬੰਦਾ ਜੇ ਪਰਮਾਤਮਾ ਦੇ ਨਾਮ ਦੇ ਨਾਲ ਜੁੜਿਆ ਹੋਵੇ। ਵਾਹਿਗੁਰੂ। ਥੈਂਕ ਯੂ ਜੀ, ਨਾਈਸ, ਬਹੁਤ ਵਧੀਆ। ਹਾਂਜੀ, ਮੈਂ ਸਾਰਿਆਂ ਦਾ ਨਾਂ ਹੀ ਦੱਸੀ ਜਾਣਾ, ਵਜ੍ਹਾ ਇਸੇ ਕਿ ਟਾਈਮ ਕਰੀਏ ਕੌਣ ਕਰੂਗਾ। ਹਰਜੀਤ ਜੀ। ਇਸ ਵਿੱਚ ਸੁਣਿਆ ਦੀ ਜਿਹੜੀ ਪੰਕਤੀਆਂ ਨੇ ਇਸ 'ਚ ਇਹੀ ਦੱਸਿਆ ਕਿ ਵੀ ਤੁਸੀਂ ਰੱਬ ਸੁਣੋ, ਪਹਿਲੇ ਤੁਸੀਂ ਉਸਨੂੰ ਪਹਿਲੇ ਆਪਣੇ ਤੇ ਸੁਣੋ, ਫਿਰ ਉਸਦੇ ਬਾਅਦ ਸਮਝੋ, ਸੁਣੋ, ਪੜ੍ਹੋ, ਸਮਝੋ ਤੇ ਫਿਰ ਆਪਣੇ ਤੇ ਅਪਲਾਈ ਕਰੋ। ਇਸ ਤਰ੍ਹਾਂ ਨਹੀਂ ਹੈ ਵੀ ਇੱਕ ਗੱਲ ਸੁਣ ਲਈ ਫਿਰ ਉਸਦੇ ਬਾਅਦ ਤੁਸੀਂ ਉਸਨੂੰ ਭੁੱਲ ਗਏ। ਲੇਕਿਨ ਸੁਣਨ ਦਾ ਇਹ ਮਤਲਬ ਹੈ ਕਿ ਉਹਨਾਂ ਨੇ ਕਿਹਾ ਵੀ ਪੀਰ ਜਿਹੜੇ ਉਸ ਤਰ੍ਹਾਂ ਬਣ ਜਾਂਦੇ, ਇਹ ਨਹੀਂ ਹੈ ਕਿ ਤੁਸੀਂ ਟਿਪੀਕਲ ਉਸ ਤਰ੍ਹਾਂ ਅਹੁਦੀ ਲੈ ਲੈਂਦੇ ਹੋ, ਲੇਕਿਨ ਤੁਹਾਡੇ 'ਚ ਉਸ ਤਰ੍ਹਾਂ ਦੀ ਲਿਆਕਤ ਆ ਜਾਂਦੀ ਹੈ, ਤੁਸੀਂ ਸਮਝਦੇ ਹੋ, ਰੱਬ ਦੇ ਗੁਣਾਂ ਨੂੰ ਵੀ ਸਮਝਦੇ ਹੋ, ਰੱਬ ਦੇ ਜਿਹੜੇ ਤੁਹਾਡੇ ਦੁੱਖ ਸੁੱਖ ਆਉਂਦੇ ਨੇ ਤੁਹਾਡੇ ਉੱਤੇ, ਉਸਨੂੰ ਵੀ ਤੁਸੀਂ ਸਹਿਣ ਦੀ ਸ਼ਕਤੀ ਰੱਖਦੇ ਹੋ। ਤੇ ਸੁਣਨ ਦੀ ਤਾਕਤ, ਜਿਹੜੀ ਸੁਣਨ ਦੇ ਬਾਅਦ ਤੁਸੀਂ ਉਸਨੂੰ ਅੰਤਰ ਧਿਆਨ ਕਰੋ, ਆਪਣੇ ਅੰਦਰ ਤੱਕ ਲੈ ਜਾਓ, ਕਿਉਂਕਿ ਇਹ ਸਰੀਰ ਹੈ ਜਿਸ ਵਿੱਚ ਵਿਕਾਰ ਵੀ ਹਨ, ਇਸੀ 'ਚ ਹੀ ਕਹਿੰਦੇ ਨੇ ਵੀ 68 ਦਾ ਇਸ਼ਨਾਨ ਵੀ ਹੈ, ਸਭ ਕੁਝ ਇਸੀ ਦੇ ਅੰਦਰ ਹੀ ਹੈ। ਤੇ ਤੁਸੀਂ ਪਹਿਲੇ ਸੁਣ ਕੇ ਉਸਨੂੰ ਸਮਝ ਕੇ ਤੇ ਆਪਣੇ ਅੰਦਰ ਉਸਨੂੰ ਅਪਲਾਈ ਕਰੋ। ਤੇ ਕੀ ਕਹਿੰਦੇ ਨੇ, ਇਹ ਸਾਰਾ ਭਟਕਣ ਦਾ ਫੇਰ ਜਿਹੜਾ ਇਹ ਖਤਮ ਹੋ ਜਾਂਦਾ ਹੈ। ਇਹ ਦੁੱਖ ਸੁੱਖ ਦਾ, ਜਿਸ ਤਰ੍ਹਾਂ ਉਹਨੇ ਵੀ ਜੀ ਨੇ ਕਿਹਾ ਵੀ ਦੁੱਖ ਤਾਂ ਆਉਂਦੇ ਨੇ, ਲੇਕਿਨ ਤੁਸੀਂ ਦੁੱਖਾਂ ਨੂੰ ਨਹੀਂ ਮਹਿਸੂਸ ਕਰਦੇ। ਉਸ ਦੁੱਖ ਨੂੰ ਤੁਸੀਂ ਰੱਬ ਦੀ ਰਜ਼ਾ ਮੰਨ ਕੇ ਤੇ ਉਸਨੂੰ ਸਵੀਕਾਰ ਕਰ ਲੈਂਦੇ ਹੋ। ਤੇ ਬਾਕੀ ਹਮੇਸ਼ਾ ਤੁਸੀਂ ਖੇੜੇ 'ਚ ਰਹਿੰਦੇ ਹੋ। ਖੇੜੇ ਦਾ ਮਤਲਬ ਹੈ ਕਿ ਤੁਹਾਨੂੰ ਆਨੰਦ ਹੀ ਆਨੰਦ ਆਉਂਦਾ ਹੈ ਤੇ ਪ੍ਰਭੂ ਦੇ ਤੁਸੀਂ ਹਮੇਸ਼ਾ ਗੁਣ ਗਾਓ ਤੇ ਉਸਦੀ ਉਸਤਤ ਕਰੋ ਤੇ ਉਸਦੇ ਵਿਚਾਰਾਂ ਤੇ ਤੁਸੀਂ ਸੁਣੋ ਤੇ ਉਸਦੇ ਰਸਤੇ ਤੇ ਚੱਲੋ। ਵੈਰੀ ਗੁੱਡ, ਪ੍ਰੋਗਰੈਸਿੰਗ, ਵੈਰੀ ਗੁੱਡ ਭੈਣ ਜੀ। ਹਾਂਜੀ ਅਮਰਤੇਜ ਜੀ। ਜਾਂ ਸੁਣਨ ਦੀ ਮਹਿਮਾ ਇੰਨੀ ਹੈ, ਇੰਨੀ ਵੱਡੀ ਹੈ ਕਿ ਉਹਦੇ ਸੁਣ ਕੇ ਜਿੰਨਾ ਵੀ ਪ੍ਰਭੂ ਦੀ ਯਾਦ ਵਿੱਚ ਜੁੜਨ ਨਾਲ, ਸਿਫਤ ਸਲਾਹ ਕਰਨ ਨਾਲ, ਜੇ ਸਾਰਾ ਕੁਝ ਹੈ, ਮਤਲਬ ਕਿ ਯੂ ਆਰ ਪਾਰਟ ਆਫ ਦਾ ਵਾਹਿਗੁਰੂ ਆਲਸੋ। ਜਿਸ ਨੂੰ ਕਹਿੰਦੇ ਨੇ ਕਿ ਉਹ ਇੰਨਾ ਜਿਹੜਾ ਵਿਛੋੜਾ ਹੈ ਉਹ ਦੂਰ ਹੋ ਜਾਂਦਾ ਹੈ, ਜਿਸ ਤਰ੍ਹਾਂ ਦਰਦ ਵਰਦ ਔਰ ਆਪਣੇ ਜੋ ਦੁੱਖ ਸੁੱਖ ਨੇ ਉਹ ਸਾਰੇ ਜਿਹੜੇ ਨੇ ਦੂਰ ਹੋ ਜਾਂਦੇ ਨੇ।
ਤੇ ਇਸੇ ਤਰ੍ਹਾਂ ਉਹ ਕਹਿੰਦੇ ਨੇ ਕਿ ਸਾਰਾ ਪ੍ਰਭੂ ਦੇ ਜੇ ਸਾਰੇ ਖੰਡ ਬ੍ਰਹਮੰਡ ਵਗੈਰਾ ਜਿੰਨੇ ਵੀ ਹੈ ਨੇ ਉਹ ਸਾਰੀ ਉਹਦਾ ਆਸਰਾ ਵੀ ਉਹੀ ਪ੍ਰਭੂ ਹੈ। ਉਸ ਹਰ ਥਾਂ ਪ੍ਰਭੂ ਦੀ ਦੀਦਾਰ ਹੋਇਆ, ਉਸ ਨੂੰ ਫਿਰ ਮੌਤ ਦਾ ਵੀ ਫਿਰ ਡਰ ਨਹੀਂ ਰਹਿੰਦਾ। ਨਾਮ ਵਿੱਚ ਜੁੜਨ ਨਾਲ ਸਾਰੇ ਜਿਹੜੇ ਧਰਮ ਪੁਸਤਕਾਂ ਵੀ ਜਿਹੜੀਆਂ ਗਿਆਨ ਵਾਲੀਆਂ ਨੇ, ਸਾਰੇ ਉਸ ਨੂੰ ਇੰਝ ਲੱਗਦਾ ਹੈ ਕਿ ਜਿਸ ਤਰ੍ਹਾਂ ਕਿ ਉਹਦਾ ਗਿਆਨ ਆ ਗਿਆ ਹੋਵੇ ਤੇ ਜਗਤ ਦੇ ਕਿਸੇ ਵੀ ਮਾਣ ਆਦਰ ਦੀ ਪਰਵਾਹ ਨਹੀਂ ਰਹਿੰਦੀ ਉਹਨੂੰ। ਤੇ ਉਸ ਅਡੋਲਤਾ ਵਿੱਚ ਮਗਨ ਰਹਿੰਦਾ ਹੈ, ਹਮੇਸ਼ਾ ਫਿਰ ਸਥਿਰ ਰਹਿੰਦਾ ਹੈ, ਡੁੱਲਦਾ ਨਹੀਂ ਹੈ। ਸੰਸਾਰ ਵਿੱਚ ਅਥਾਹ ਸਮੁੰਦਰ ਜਿਹੜਾ ਜਿਹਾ ਹੈ ਉਹਦੇ ਵਿੱਚ ਵਿਛੜਿਆ ਹੋਇਆ ਜੀ ਮਾਨਿਆ ਮਨੋ ਇੰਝ ਹੁੰਦਾ ਹੈ ਕਿ ਮਰਦਾ ਨਹੀਂ ਹੈ, ਪਰ ਨਾਮ ਵਿੱਚ ਜੁੜ ਕੇ ਜੀਵ ਸਦਾ ਹੀ ਆਪਣਾ ਰਸਤਾ ਲੱਭ ਲੈਂਦਾ ਹੈ। Thank you. Ravdeep Rashmeet, then Sandeep ji, then Harpreet ji, Parminder ji, Veena ji. Sorry, lastly Paramjit and Amarjit. Sorry. Hanji, please carry on. ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ। ਜਿਹੜੇ ਭਗਤ ਹਨ ਉਹ ਸਦਾ ਖੇੜੇ ਵਿੱਚ ਰਹਿੰਦੇ ਹਨ। ਖੇੜਾ ਦਾ ਮਤਲਬ ਹੈ ਕਿ ਮਤਲਬ ਉਹਨਾਂ ਦਾ ਜਿਹੜਾ ਉਹਨਾਂ ਦੇ ਮਨ ਵਿੱਚ ਉਸ ਪਰਮਾਤਮਾ ਦੀ ਅਵੇਅਰਨੈਸ ਹਮੇਸ਼ਾ ਰਹਿੰਦੀ ਹੈ ਤੇ ਉਹਨਾਂ ਨੂੰ ਹਮੇਸ਼ਾ ਹੀ ਉਸਦੀ ਉਸਦੀ ਪ੍ਰੈਜ਼ੈਂਸ ਮਹਿਸੂਸ ਹੁੰਦੀ ਰਹਿੰਦੀ ਹੈ। ਤੇ ਦੁੱਖ ਪਾਪ ਕਾ ਨਾਸ, ਦੁੱਖ ਤੇ ਪਾਪ ਜਿਸ ਤਰ੍ਹਾਂ ਕਿ ਅਸੀਂ ਅਗਰ ਕੁਝ ਜਿਹੜੇ ਸਾਡੇ ਵਿਕਾਰ ਜਾਂ ਦੂਜੇ ਭਾਵ ਵਾਲੇ ਥਾਟਸ, ਉਹਨਾਂ ਦੇ ਇਨਫਲੂਐਂਸ, ਉਹ ਵਾਲੇ ਥਾਟਸ ਦੇ ਇਨਫਲੂਐਂਸ ਦੇ ਵਿੱਚ ਜੋ ਐਕਸ਼ਨ ਕਰਾਂਗੇ ਉਸ ਨਾਲ ਜੋ ਸਾਨੂੰ ਦੁੱਖ ਮਿਲੇਗਾ, ਉਹ ਸੁਣਨ ਨਾਲ ਫਿਰ ਉਹਨਾਂ ਦੁੱਖਾਂ ਕੋਲੋਂ, ਉਹਨਾਂ ਥਾਟਸ ਕੋਲੋਂ, ਉਹਨਾਂ ਐਕਸ਼ਨਸ ਕੋਲੋਂ ਅਸੀਂ ਬਚ ਜਾਂਦੇ ਹਾਂ। ਤੇ ਫਿਰ ਨਾਲੇ ਫਿਰ ਬਾਕੀ ਚਾਰੋਂ ਪੌੜੀਆਂ ਵਿੱਚ ਸੁਣਨ ਦੀ, ਜਿਸ ਤਰ੍ਹਾਂ ਬਾਕੀ ਸਾਰਿਆਂ ਨੇ ਬੋਲੇ ਕਿ ਸੁਣਨ ਦੀ ਜਿਹੜੀ ਬਰਕਤ ਹੈ, ਮਹਿਮਾ ਹੈ, ਸੁਣਨ ਨਾਲ ਕੀ ਹੁੰਦਾ, ਸਾਰਾ ਕੁਝ ਐਕਸਪਲੇਨ ਕੀਤਾ ਹੈ ਕਿ ਸੁਣਨ ਨਾਲ ਜਾਂ ਸੁਣੀਏ ਸਰਾ ਗੁਨਾਹ ਕੇ ਗਾ। ਸੁਣਨ ਨਾਲ ਅਗਰ ਮੈਂ ਸੁਣਦਾ ਹਾਂ ਔਰ ਉਸਨੂੰ ਆਪਣੇ ਥਾਟਸ ਵਿੱਚ ਇੰਪਲੀਮੈਂਟ ਕਰਦਾ ਹਾਂ ਤੇ ਮੇਰੇ ਮਨ ਵਿੱਚ ਪਰਮਾਤਮਾ ਦੇ ਸਾਰੇ ਗੁਣਾਂ ਦੀ ਸੂਝ ਸਮਝ ਮੈਨੂੰ ਆ ਜਾਂਦੀ ਹੈ। ਤੇ ਸੁਣਨ ਨਾਲ ਮੈਨੂੰ ਸਾਰਾ ਜੋ ਪਰਮਾਤਮਾ ਦੀ, ਜਿਸ ਤਰ੍ਹਾਂ ਅਸੀਂ ਇਨ ਜਨਰਲ ਬੋਲਦੇ ਹਾਂ ਕਿ ਪਰਮਾਤਮਾ ਬਹੁਤ ਜਾਂ ਰੱਬ ਦੀ ਜੋ ਮਹਿਮਾ ਹੈ, ਲੀਲਾ ਹੈ, ਬੜੀ ਕੰਪਲੈਕਸ ਹੈ, ਬੜੀ ਮੁਸ਼ਕਿਲ ਹੈ, ਬਟ ਉਹ ਬੜਾ ਈਜ਼ੀ ਲੱਗ ਜਾਂਦਾ ਹੈ ਸੁਣਨ ਨਾਲ, ਉਸ ਨੂੰ ਮੰਨਣ ਨਾਲ। ਸਾਰੇ ਸਾਡੇ ਹੱਥ ਵਿੱਚ, ਸਾਡੀ ਮੁੱਠੀ ਵਿੱਚ ਉਸਦੇ ਸਾਰੇ ਗੁਣ ਸਾਨੂੰ ਸਮਝ ਆ ਜਾਂਦੇ ਨੇ। ਸੁਣੇ ਸਿੱਖ ਪੀਰ ਪਾਤਸ਼ਾਹ, ਸੁਣੇ ਅੰਧੇ ਪਾਵੈ ਰਾਹ। ਫਿਰ ਜਿਸ ਤਰ੍ਹਾਂ ਕਿ ਇੱਕ ਅੰਧੇ, ਜਿਸ ਤਰ੍ਹਾਂ ਮੈਂ ਅਗਰ ਮੇਰਾ ਅੰਧੇ ਬੰਦੇ ਨੂੰ ਵੀ ਰਸਤਾ ਸਮਝ ਆ ਜਾਂਦਾ ਕਿ ਮੈਨੂੰ ਕਿਸ ਰਸਤੇ ਵਿੱਚ ਚੱਲਣਾ ਹੈ, ਜਾਂ ਅਗਰ ਮੈਨੂੰ ਕੁਝ ਵੀ ਡਾਇਰੈਕਸ਼ਨ ਪਤਾ ਨਹੀਂ ਹੈ, ਮੈਨੂੰ ਸੁਣਨ ਨਾਲ, ਉਸ ਸ਼ਬਦ ਦੇ ਸੁਣਨ ਦੀ ਸ਼ਕਤੀ ਨਾਲ ਮੈਨੂੰ ਰਸਤਾ ਸਮਝ ਆ ਜਾਂਦਾ ਹੈ। ਤੇ ਹੱਥ ਹੋਵੇ ਅਸਗਾ, ਜਿਸ ਤਰ੍ਹਾਂ ਕਿ ਮੇਰੇ ਕੰਟਰੋਲ ਵਿੱਚ, ਜਾਂ ਮੇਰੇ ਰੀਚ ਵਿੱਚ ਪੂਰਾ ਦਾ ਪੂਰਾ ਸਮੁੰਦਰ ਮੇਰੀ ਰੀਚ ਵਿੱਚ ਆ ਜਾਏਗਾ। ਫਿਰ ਅਗੇਨ ਸੁਣਨ ਨਾਲ ਅਗੇਨ ਫਿਰ ਡਿਫਰੈਂਟ ਉਸਦੀ ਸਟੇਜਿਸ ਹਨ ਕਿ ਅਸੀਂ ਸੁਣ ਕੇ ਉਸਨੂੰ ਆਪਣੇ ਮਨ ਵਿੱਚ ਬਿਠਾ ਕੇ ਉਸਨੂੰ ਇੰਪਲੀਮੈਂਟ ਕਰਕੇ ਫਿਰ ਆਪਣੇ ਐਕਸ਼ਨਸ ਵਿੱਚ ਉਸਨੂੰ ਲਿਆ ਕੇ ਦੈਨ ਹੀ ਸੁਣਨ ਦਾ ਪ੍ਰੋਸੈਸ ਜਿਹੜਾ ਹੈ ਪੂਰਾ ਕੰਪਲੀਟ ਹੋਏਗਾ, ਨਾ ਕਿ ਸਿਰਫ ਡਾਇਰੈਕਟਲੀ ਸੁਣਨਾ। ਨਾਈਸ। ਇੱਕ ਬੇਨਤੀ ਸੀਗੀ ਕਿ ਖਿਆਲ ਕਰੀਏ, ਜਦੋਂ ਗੁਰਬਾਣੀ ਨੂੰ ਮੈਂ ਸੁਣਿਆ, ਚਲੋ ਜੇ ਸੁਣਨ ਦੀ ਪੌੜੀ ਦੀ ਗੱਲ ਕਰੀਏ, ਵੈਸੇ ਤੇ ਗੁਰਬਾਣੀ ਪੜ੍ਹਨ ਦੇ ਨਾਲ ਵੀ ਤਾਲੁਕ ਹੈ, ਜਾਂ ਜਦੋਂ ਅਸੀਂ ਬਾਣੀ ਨੂੰ ਅਰਥ ਕਰਨਾ, ਅਰਥਾਉਣਾ ਹੈ, ਉਦੋਂ ਵੀ। ਤੇ ਖਾਸ ਤੌਰ ਤੇ ਜਦੋਂ ਅਸੀਂ ਆਪਣੇ ਸ਼ਬਦਾਂ 'ਚ ਨਹੀਂ ਕਵਾਂਗੇ ਨਾ,
वो मोनोटनस हो जाएगा, क्योंकि गुरु साहब ने एड्रैस किया है मैनू। जे मैं इस एहसास तो वांझ जावां कि नहीं ये ते गुरु साहब ने मैनू नहीं किया, ये तो जनरल गल हैगी, सारियां दे लिए हैगी, मैं सारियां नूं सुना दियां, सारियां दा भला कर दियां। ख्याल रहे कि जदों अध्यात्मक राह ते तुरना है ते मैं सैल्फिश होके तुरना है, मैनू किसे दे नाल कोई ताल्लुक नहीं है, मेरा ते मेरे पातशाह दा सीधा रिलेशन होना चाहिए, सीधी गलबात होनी चाहिए। जो कुछ मालक ने किया, जो गुर कहे सो भला कर माने, ਉਹਨੂੰ ਸਤਵਚਨ ਕਹਿਣਾ ਹੈ। ਤੇ ਜੇ ਲਿਖਿਆ ਹੋਇਆ ਕੁਝ ਅਸੀਂ ਪੜ੍ਹ ਲੈਂਦੇ ਆ ਤੇ ਸਾਡਾ ਧਿਆਨ ਲਿਖੇ 'ਚ ਚਲਾ ਜਾਂਦਾ ਹੈ, ਆਪਣੇ ਆਪੇ ਤੋਂ ਫੋਕਸ ਹਟ ਜਾਂਦਾ ਹੈ। ਇਹ ਨਹੀਂ ਚਾਹੀਏ। ਜੇ ਕਿਸੇ ਨੂੰ ਸਵਾਲ ਹੋਵੇ ਇਹਦੇ ਬਾਰੇ ਤੇ ਫਿਰ ਆਪਾਂ ਡਿਸਕਸ ਕਰ ਸਕਦੇ ਹਾਂ। ਹਾਂਜੀ ਚਲੋ ਬੇਟਾ ਰਸ਼ਮੀਤ, ਸੌਰੀ रश्मित तंग हो रही है, किसी और बात चला? सब कुछ बोल देता है, पर मेरे ये कि मेरी थॉट है कि इतने इस विच सानू सुन के मनना ज्यादा इम्पोर्टेंट है। ये सुनिया दी सारी पौड़ियां विच जो भी तय सुनिया अंधे पावे रा, सुनन नाल सानू ये होएगा, सुन के मनन नाल सानू ये होएगा। ते जिस तरह मैं अगर सुनदी हाँ ते मैं मनांगी नहीं ते कोई इम्पोर्टेंस नहीं है मेरा सुनिया पढ़न दी। ते हाले जिस तरह सुनिया पढ़ के इयां कुछ ज्यादा नहीं है बोलने वास्ते, पर बस इहो दस्सिया कि सुनन नाल तानू संसार विच की हो रहा वो असलियत पता चलेगी। तुसी तुहाडा मेन मोटिव क्या है, सुन के बानी दे रस्ते चलना जो भी है वो पता चलेगा। सुनन ज्यादा तो पढ़ा बाद नहीं है और बेटा सीधा किवें मान लांगा मैं? मान लिया गुरु ने मैनू नहीं, फारसी च किया, सुन के एक होर पड़ा हैगा ਉਹਦੇ ਵਿੱਚ, समझ के। देयर वी गो। हाँ जी, सुनन के हाँ, सुन सुन के समझ के के मैं सीधा नहीं मान सकता जब तक मैनू समझ नहीं आई। समझना हाँ जी। भी बहुत जरूरी है। वेरी गुड, और थैंक यू। ये हाँ सुन के जो भी इत्थे लिखा है जियां असी उस तरह ते नहीं बन सकते, पर शायद उस रस्ते तो स्लोली असी उत्थे पुज तुर जाइए, पांगे। एकदम ते नहीं वेरी जा गुड, सकते। यप, हाँ शाबाश। ਅਸੀਂ ਮੰਜ਼ਲ ਤੇ ਨਹੀਂ ਪਹੁੰਚਣਾ, ਅਸੀਂ ਤੁਰ ਪੈਣਾ ਰਾਹ ਤੇ। ਜਾਂ ਹੋਏਗਾ ਸਾਹਿਬ ਤਾਂ ਲਏਗਾ ਮਿਲਾਏ, ਹੈ ਨਾ? ਹਾਂਜੀ, ਥੈਂਕ ਯੂ ਸੰਦੀਪ ਜੀ। जी मेरे हिसाब ਨਾਲ ਮਤਲਬ ਜੋ ਮੈਨੂੰ ਸਮਝ ਆਈ ਹੈ, ਇੱਥੇ ਜਿਹੜੀਆਂ ਸੁਣਿਆਂ ਦੀਆਂ 4 ਪੌੜੀਆਂ ਨੇ ਉਹਨਾਂ ਦੇ ਵਿੱਚ ਉਹਨਾਂ ਨੇ ਗੁਰੂ ਸਾਹਿਬ ਨੇ ਕਿਹਾ ਨਾਨਕ ਭਗਤਾਂ ਸਦਾ ਵਿਕਾਸ, ਸੁਣਿਆ ਦੁੱਖ ਪਾਪ ਕਾ ਨਾਸ। ਇੱਥੇ ਉਹਨਾਂ ਨੇ ਇਹ ਨਹੀਂ ਕਿਹਾ ਵੀ ਕੀ ਸੁਣਨਾ ਹੈ। ਉਸ ਤੋਂ ਬਾਅਦ ਉਹਨਾਂ ਨੇ ਮੰਨੇ ਦੀ ਪੌੜੀ ਦੇ ਵਿਚਕਾਰ ਉਹਨਾਂ ਨੇ ਐਂਡ ਦੇ ਵਿੱਚ ਕਿਹਾ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ, ਵੀ ਅਸੀਂ ਉਸਦੇ ਨਾਮ ਨੂੰ ਸੁਣਨਾ ਹੈ। ਸੁਣਨ ਵਾਲੀਆਂ ਪੌੜੀਆਂ ਵਿੱਚ ਉਹਨਾਂ ਨੇ ਕਿਤੇ ਨਹੀਂ ਦੱਸਿਆ ਕਿ ਕੀ ਸੁਣਨਾ ਹੈਗਾ। ਤੇ ਮੈਨੂੰ ਲੱਗਦਾ ਕਿ ਉਹਨਾਂ ਨੇ ਫਿਰ ਮੰਨੇ ਦੀਆਂ ਪੌੜੀਆਂ ਦੇ ਐਂਡ ਦੇ ਵਿੱਚ ਆ ਕੇ ਕਿਹਾ ਕਿ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ, ਕਿ ਤੁਸੀਂ ਉਸਦੇ ਨਾਮ ਨੂੰ ਸੁਣਨਾ। ਤੇ ਉਸਦਾ ਨਾਮ ਕੀ ਹੈ? ਔਰ ਉੱਥੇ ਇੱਕ ਸ਼ਬਦ ਵਿੱਚ ਵੀ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਸ੍ਰੀ ਰਾਗ ਮਹਲਾ ਪਹਿਲਾ ਵਿੱਚ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ, ਵੀ ਇਹ ਤੇਰਾ ਟਾਈਮ ਹੈ, ਤੂੰ ਉਸਦੇ ਨਾਮ ਨੂੰ ਜਪਣਾ, ਉਸਦੇ ਨਾਮ ਨੂੰ ਸੁਣਨਾ, ਉਸਦੇ ਨਾਮ ਨੂੰ ਸਮਝਣਾ। ਤੇ ਉਸਦਾ ਨਾਮ ਇੱਕ ਜਗ੍ਹਾ ਤੇ ਗੁਰੂ ਅਮਰਦਾਸ ਪਾਤਸ਼ਾਹ ਵੀ ਕਹਿੰਦੇ ਨੇ ਸੁਣ ਮਨ ਵਸਾਏ ਤੂੰ ਆਪੇ ਆਏ ਮਿਲੇ ਮੇਰੇ ਭਾਈ। ਜੇ ਤੂੰ ਉਸਦੇ ਨਾਮ ਨੂੰ ਆਪਣੇ ਮਨ ਦੇ ਧੁਰ ਅੰਦਰ ਵਸਾ ਲੇਗਾ ਤਾਂ ਉਹ ਪਰਮਾਤਮਾ ਤੈਨੂੰ ਆਪਣੇ ਆਪ ਆ ਕੇ ਮਿਲੇਗਾ। ਪਰ ਅਸੀਂ ਉਸਨੂੰ ਵਸਾਣਾ ਕਿਵੇਂ ਹੈ, ਜਾਂ ਉਸਨੂੰ ਸੁਣਨ ਤੇ ਮੰਨਣ ਨਾਲ ਸਾਡਾ ਕੀ ਮਤਲਬ ਹੈ?
ਤੇ ਉਸ ਇਸ ਤੋਂ ਬਾਅਦ ਜਦੋਂ ਅਸੀਂ ਉਸਦਾ ਨਾਮ ਕਹਿਣਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ, ਉਸਦਾ ਨਾਮ ਸੁਣਨ ਨਾਲ, ਉਸਨੂੰ ਸਮਝਣ ਨਾਲ ਤੇ ਉਸਨੂੰ ਹਿਰਦੇ ਵਿੱਚ ਵਸਾਉਣ ਨਾਲ, ਮੰਨਣ ਨਾਲ ਤੁਹਾਡੇ ਅੰਦਰ ਹਮੇਸ਼ਾ ਖੇੜਾ ਬਣਿਆ ਰਹੇਗਾ। ਜਿਵੇਂ ਮਨਜੀਤ ਵੀਰ ਜੀ ਨੇ ਵੀ ਕਿਹਾ ਕਿ ਜਿਵੇਂ ਸਾਡੇ ਗੁਰੂਆਂ ਨੇ ਸ਼ਹੀਦੀਆਂ ਪਾਈਆਂ ਤਾਂ ਉਹਨਾਂ ਨੂੰ ਕੋਈ ਦੁੱਖ ਨਹੀਂ ਹੋਇਆ, ਦੁੱਖ ਹੋਇਆ ਪਰ ਉਹ ਇੰਨੇ ਜ਼ਿਆਦਾ ਉਹਨਾਂ ਦੇ ਅੰਦਰ ਭਗਤੀ ਉਸਦੇ ਨਾਮ ਦਾ ਵਾਸਾ ਸੀ ਕਿ ਉਹਨਾਂ ਦੇ ਅੰਦਰ ਇੰਨਾ ਜ਼ਿਆਦਾ ਵਿਗਾਸ ਸੀ ਕਿ ਉਹਨਾਂ ਨੂੰ ਉਸ ਚੀਜ਼ ਦੀ ਮਹਿਸੂਸ ਵੀ ਹੋਇਆ, ਪਰ ਉਹਨਾਂ ਨੂੰ ਬਿਲਕੁਲ ਉਹਨਾਂ ਮਤਲਬ ਤੱਤੀ ਤਵੀ ਤੇ ਵੀ ਬੈਠੇ, ਉਹਨਾਂ ਨੇ ਬੰਦ ਵੀ ਕਟਵਾਏ, ਉਹਨਾਂ ਨੇ ਖੋਪਰੀਆਂ ਬਣਵਾਈਆਂ, ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸੀਸ ਦਿੱਤਾ, ਪਰ ਉਹਨਾਂ ਨੇ ਖੁਸ਼ੀ ਦਿੱਤਾ। ਮਤਲਬ ਉਹਨਾਂ ਨੂੰ ਸਾਨੂੰ ਇੱਕ ਇੰਜੈਕਸ਼ਨ ਵੀ ਲੱਗਦਾ, ਮੈਨੂੰ ਖੁਦ ਨੂੰ ਇੱਕ ਇੰਜੈਕਸ਼ਨ ਵੀ ਲੱਗੇ ਤੇ ਮੈਨੂੰ ਬੜਾ ਡਰ ਲੱਗਦਾ ਔਰ ਉਸਦਾ ਜ਼ਿਆਦਾ ਦੁੱਖ ਹੁੰਦਾ ਕਿਉਂਕਿ ਮੈਨੂੰ ਹਜੇ ਗੁਰਬਾਣੀ ਨਾਲ ਨਹੀਂ ਜੁੜੇ ਜਾਂ ਮੈਨੂੰ ਮਤਲਬ ਨਹੀਂ ਅੰਦਰ ਵਿਗਾਸ ਹੀ ਨਹੀਂ ਹੈ। ਇੱਕ ਇੰਜੈਕਸ਼ਨ ਦਾ ਵੀ ਦੁੱਖ ਹੁੰਦਾ ਜਦੋਂ ਅਸੀਂ ਇੰਜੈਕਸ਼ਨ ਵੀ ਲਗਵਾਉਣ ਜਾਂਦੇ ਹਾਂ। ਤੇ ਉਸ ਤੋਂ ਬਾਅਦ ਉਸਦਾ ਨਾਮ ਫਿਰ ਮੇਰੇ ਹਿਸਾਬ ਨਾਲ ਉਸਦਾ ਨਾਮ ਜਿਹੜਾ ਉਹ ਜ਼ਰੇ ਵਿੱਚ ਹੈ। ਜਦੋਂ ਸਾਨੂੰ ਉਸਦੇ ਨਾਮ ਦੀ ਸਮਝ ਆ ਜਾਂਦੀ ਹੈ ਤਾਂ ਅਸੀਂ ਹਰ ਇੱਕ ਦੇ ਵਿੱਚ ਉਸ ਪਰਮਾਤਮਾ ਦਾ ਦਰਸ਼ਨ ਕਰਦੇ ਹਾਂ, ਉਸਦੇ ਨਾਮ ਦਾ ਦਰਸ਼ਨ ਕਰਦੇ ਹਾਂ। ਸਾਨੂੰ ਹਰ ਇੱਕ ਦੇ ਵਿੱਚ ਉਸਦਾ ਨਾਮ ਨਜ਼ਰ ਆਉਂਦਾ ਜੇ ਅਸੀਂ ਉਸਦੇ ਨਾਮ ਨੂੰ ਸਮਝ ਲਈਏ ਤਾਂ। ਤੇ ਜਦੋਂ ਅਸੀਂ ਉਸਦੇ ਨਾਮ ਨੂੰ ਸਮਝ ਲੈਂਦੇ ਹਾਂ ਫਿਰ ਸਾਨੂੰ ਕਿਸੇ ਨਾਲ ਕੋਈ ਵੈਰ ਕੋਈ ਵਿਰੋਧ ਨਹੀਂ ਰਹਿੰਦਾ, ਅਸੀਂ ਹਰ ਇੱਕ ਦੇ ਵਿੱਚ ਉਸ ਪਰਮਾਤਮਾ ਦੇ ਦਰਸ਼ਨਾਂ ਨੂੰ ਦੇਖਦੇ ਹਾਂ। ਤੇ ਇਸੇ ਤਰ੍ਹਾਂ ਉਹਨਾਂ ਨੇ ਸੁਣਿਆ ਦੀਆਂ ਪੌੜੀਆਂ ਵਿੱਚ ਕਿਹਾ, ਸੁਣਿਆ ਈਸ਼ਰ ਬਰਮਾ ਇੰਦ, ਸੁਣਿਆ ਮੁਖ ਸਲਾਹਣ ਮਨ, ਵੀ ਜਿਹੜੇ ਵੱਡੇ ਆਪਣੇ ਆਪ ਨੂੰ ਈਸ਼ਰ ਤੇ ਬਰਮਾ ਤੇ ਇੰਦਰ ਜਿਹੜੇ ਇਹਨਾਂ ਨੇ ਹਿੰਦੂ ਮੈਥੋਲੋਜੀ ਦੇ ਮੁਤਾਬਿਕ ਹੈਗੇ ਨੇ, ਉਹ ਵੀ ਇਸ ਦਾ ਨਾਮ ਨੂੰ ਸੁਣਦੇ ਨੇ। ਉਹ ਵੀ ਤਾਂ ਹੀ ਈਸ਼ਰ ਬਰਮਾ ਇੰਦ ਬਣੇ ਨੇ ਕਿ ਉਸਦਾ ਨਾਮ ਸੁਣਦੇ ਹਨ। ਸੁਣਿਆ ਮੁਖ ਸਲਾਹਣ ਮੰਦ, ਔਰ ਜਿਹੜੇ ਲੋਕ ਮਤਲਬ ਮਾੜੇ ਤੋਂ ਮਾੜੇ ਕਰਮ ਵੀ ਕਰਦੇ ਹਨ ਉਹ ਵੀ ਜਦੋਂ ਉਸਦਾ ਨਾਮ ਸੁਣ ਲੈਂਦੇ ਹਨ ਤਾਂ ਉਹ ਵੀ ਸਲਾਹਣ ਯੋਗ ਹੋ ਜਾਂਦੇ ਹਨ। ਸੁਣਿਆ ਜੋਗ ਜੁਗਤ ਤਨ ਭੇਦ, ਤੇ ਜਿਹੜੇ ਉਸ ਪਰਮਾਤਮਾ ਨੂੰ ਉਸਦੇ ਪਰਮਾਤਮਾ ਦੀ ਜਿਹੜੀ ਜੁਗਤੀ ਹੈ ਉਸਨੂੰ ਸਮਝਣ ਲੱਗ ਪੈਂਦੇ ਹਨ। ਸੁਣਿਆ ਸਾਧ ਸਿਮਰਤ ਵੇਦ, ਜੇ ਸਾਰੀਆਂ ਸਿਮਰਤੀਆਂ ਸ਼ਾਸਤਰਾਂ ਦਾ ਤੁਹਾਡੇ ਅੰਦਰ ਗਿਆਨ ਆ ਜਾਂਦਾ ਜੇ ਤੁਸੀਂ ਉਸਦੇ ਨਾਮ ਨੂੰ ਸੁਣ ਲੈਂਦੇ ਹੋ। ਇਸੇ ਤਰ੍ਹਾਂ ਉਹਨਾਂ ਨੇ ਸਾਰੇ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇਹ ਮੈਨੂੰ ਮਤਲਬ ਸਮਝ ਲੱਗੀ ਹੈ ਕਿ ਉਸਦਾ ਨਾਮ ਹੈ ਜਿਹੜਾ ਉਸਨੂੰ ਉਸਦੀ ਹੋਂਦ ਨੂੰ ਜਿਹੜਾ ਹੈ ਉਸਨੂੰ ਮਤਲਬ ਜੇ ਤੁਸੀਂ ਉਸਦੀ ਹੋਂਦ ਨੂੰ ਮਹਿਸੂਸ ਕਰ ਲਓ, ਹਰ ਇੱਕ ਦੇ ਵਿੱਚ ਮਹਿਸੂਸ ਕਰੋ ਤਾਂ ਉਹੀ ਉਸਦਾ ਨਾਮ ਹੈ। ਠੀਕ ਹੈ, ਹਾਂਜੀ ਬਿਲਕੁਲ ਠੀਕ ਹੈ, ਬਹੁਤ ਵਧੀਆ। ਭੈਣ ਜੀ ਇੱਕ ਬੇਨਤੀ ਸੀਗੀ ਕਿ ਕਿਧਰੇ ਬਾਣੀ ਸਮੁੱਚੇ ਤੌਰ ਤੇ ਵੀ ਅਸੀਂ ਕੰਸੀਡਰ ਕਰਦੇ ਹਾਂ, ਕਿਧਰੇ ਉਹਨੂੰ ਪਾਰਟਿਕੂਲਰਿਟੀ ਚ ਕਰਦੇ ਹਾਂ। ਹੁਣ ਇੱਥੇ ਸੁਣਨ ਦੀ ਗੱਲ ਤੇ ਨਹੀਂ ਹੋਈ, ਪਰ ਇੱਥੇ ਟੀਵੀ ਸੁਣਨ ਦੀ ਗੱਲ ਹੈਗੀ। ਕੀ ਇੱਥੇ ਮੈਂ ਸੁਣਨ ਤੋਂ ਟੀਵੀ ਦਾ ਲੈ ਲਵਾਂ ਕਿ ਭਾਈ ਉਹ ਜਿਹੜਾ ਆਉਂਦੇ ਆ ਸੀਰੀਅਲਸ ਉਹ ਮੈਂ ਸੁਣਾ, ਜਾਂ ਮੈਂ ਗਾਣੇ ਸੁਣਾ, ਜਾਂ ਮੈਂ YouTube ਤੇ ਸੁਣਾ? ਜਿਸ ਤਰ੍ਹਾਂ ਹਰਕੇਵਲ ਸਿੰਘ ਜੀ ਨੇ ਗੱਲ ਕੀਤੀ ਸੀ ਕਿ ਇਹ ਸਰਵਣੋ ਮੇਰੇ ਹੋ, ਸੁਣਨਾ ਕੀ ਹੈ ਤੁਸੀਂ? ਸਾਚੇ ਸੁਣੇ ਨਾ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ। ਸੋ ਸਾਨੂੰ ਕਿਧਰੋਂ ਹੋਰ ਵੀ ਲੱਭਣਾ ਪਏਗਾ ਹਾਂਜੀ ਕਿ ਕੀ ਸੁਣਨਾ ਮੈਂ, ਹੈ ਨਾ। ਸੋ ਕਈ ਵਾਰੀ ਕਹਿੰਦੇ ਜਿਸ ਤਰ੍ਹਾਂ ਆਊਟ ਆਫ ਦਾ ਬਾਕਸ ਸੋਚ ਕੇ ਤੇ ਫਿਰ ਆਪਣੇ ਡੱਬੇ ਚ ਆ ਜਾਓ। ਦੈਟਸ ਅਨਦਰ ਵੇ। ਹਾਂਜੀ ਹਰਪ੍ਰੀਤ ਜੀ। ਅਨਮਿਊਟ। ਸੌਰੀ, ਮੈਨੂੰ ਹੁਣੇ ਵੀ ਬਹੁਤ ਅੱਛੀ ਤਰ੍ਹਾਂ ਸਮਝ ਨਹੀਂ ਆਇਆ, ਮੇਰੇ ਦਿਮਾਗ ਵਿੱਚ ਪੂਰਾ ਹੁਣੇ ਵੀ ਮਤਲਬ ਮੈਂ ਪੂਰਾ ਉਹ ਨਹੀਂ ਕਰ ਸਕੀ, ਲੈ ਨਹੀਂ ਸਕੀ, ਇਸਨੂੰ ਹਜ਼ਮ ਨਹੀਂ ਕਰ ਸਕੀ, ਤੇ ਨਾ ਮੈਂ ਇਤਨੀ ਮੈਨੂੰ ਸਮਝ ਆ ਰਹੀ ਕਿ ਮੈਂ ਕੀ ਬੋਲਣਾ। ਲੇਕਿਨ ਜੋ ਵੀ ਸਮਝ ਆ ਰਹੀ ਹੋ ਇਸ ਤਰ੍ਹਾਂ ਕਿ ਜੋ ਵੀ ਮੈਂ ਸੁਣਿਆ, ਵਾਹਿਗੁਰੂ ਦਾ ਨਾਂ ਸੁਣਿਆ ਮੈਂ, ਤੇ ਮੈਂ ਉਸਨੂੰ ਕਿ ਪੂਰਾ ਫੋਕਸ ਕਰਕੇ ਤੇ ਪੂਰਾ ਹੀ ਆਪਣਾ ਧਿਆਨ ਨਾਲ ਉਸਨੂੰ ਲਗਾ ਕੇ ਤੇ ਮੈਂ ਕਿ ਉਹਨਾਂ ਦਾ ਨਾਮ ਲੈ ਕੇ ਆਪਣੇ ਅੰਦਰ ਵਿੱਚ ਵਸਾਇਆ ਹੈ ਕਿ ਮੈਂ ਖਾਲੀ
ਦੇਖਿਆ ਦੂਸਰਿਆਂ ਨੇ ਤੇ ਕਰ ਲਿੱਤਾ, ਮਤਲਬ ਸੁਣ ਕੇ ਤੇ ਸਿੱਧ ਪੀਰ ਮਤਲਬ ਨਾਥ ਉਹਨਾਂ ਦਾ ਹੋ ਜਾਂਦੇ ਤੇ ਤਰਤ ਵਾਲਾ ਆਕਾਸ਼ ਦਾ ਵੀ ਐਗਜ਼ਾਮਪਲ ਦਿੱਤਾ। ਬਟ ਮੈਂ ਕੀ ਕੀਤਾ, ਸੁਣ ਕੇ ਵਾਹਿਗੁਰੂ ਦਾ ਨਾਂ ਸੁਣ ਕੇ ਕਿੰਨਾ ਕੋਈ ਮੈਂ ਅੰਦਰ ਵਸਾਇਆ। ਅਗਰ ਮੈਂ ਵਸਾ ਲਵਾਂਗੀ ਜਾਂ ਕੁਛ ਹੋਏਗਾ ਤੇ ਮੇਰੇ ਅੰਦਰ ਵਿੱਚ ਕੀ ਵਾਕਈ ਉਹ ਵਿਕਾਸ ਆ ਚੁੱਕਿਆ ਹੈ ਤੇ ਮੇਰਾ ਦੁੱਖ ਤੇ ਪਾਪ ਮੇਰੇ ਨਾਸ ਹੋ ਚੁੱਕੇ ਨੇ ਕਿ ਮੈਂ ਉਸਨੂੰ ਪ੍ਰੈਕਟਿਸ ਕੀਤਾ ਹੈ, ਕਿ ਮੈਂ ਉਸਨੂੰ ਅਪਲਾਈ ਕੀਤਾ ਹੈ ਆਪਣੇ ਮਨ ਵਿੱਚ ਕਿ ਨਹੀਂ ਇਹ ਹੁਣੇ ਵੀ ਮੇਰੇ ਵਾਸਤੇ ਇੱਕ ਬਹੁਤ ਵੱਡਾ ਐਗਜ਼ਾਮ ਹੈ ਤੇ ਮੈਂ ਉਸਨੂੰ ਉਸਦੇ ਉੱਤੇ ਚੱਲ ਕੇ ਫਿਰ ਮੈਂ ਕੁਛ ਇਸ ਦਾ ਆਨਸਰ ਦੇ ਸਕਾਂਗੀ। ਭੈਣ ਜੀ ਆਈ ਡੂ ਐਪਰੀਸ਼ੀਏਟ, ਮੇਰੀ ਗਲਤੀ ਹੈ, ਤੁਸੀਂ ਤੇ ਇਹ ਸਾਰੇ ਜਿਹੜੇ ਦਿਨ ਸੀਗੇ ਇਹਨਾਂ 'ਚ ਹੈ ਹੀ ਨਹੀਂ ਸੀਗੇ ਤੇ ਮੈਨੂੰ ਧਿਆਨ ਨਹੀਂ ਰਿਹਾ, ਮਾਫ ਕਰਨਾ। ਪਰ ਰਿਗਾਰਡਲੈਸ ਜਿਹੜੀ ਤੁਸੀਂ 2 ਬਗੈਰ ਅਟੈਂਡ ਕੀਤਿਆਂ ਜਿਹੜੀ ਤੁਸੀਂ ਅਪਰੋਚ ਰੱਖੀਏ ਐਕਚੁਅਲਾਈਜੇਸ਼ਨ ਦੀ, ਉਹ ਮਾਰਵਲਸ ਹੈ। ਇਹੀ ਇੱਥੇ ਹੀ ਅਸੀਂ ਪਹੁੰਚਣਾ। ਅਸੀਂ ਕੀ ਕਰਦੇ ਹਾਂ, ਅਸੀਂ ਕਹਿੰਦੇ ਹਾਂ ਵੀ ਗੁਆਂਢੀ ਨੇ ਇਹ ਕਿਹਾ ਜਾਂ ਡੈਡੀ ਨੇ ਇਹ ਆਖਿਆ, ਕਿਉਂਕਿ ਡੈਡੀ ਨੇ ਜਨੈਰਿਕ ਗੱਲ ਕਹੀ ਹੈ ਵੀ ਸਾਰੇ ਉੱਠੋ ਟਾਈਮ ਸਿਰ, ਰੋਟੀ ਖਾਓ ਟਾਈਮ ਸਿਰ। ਅਸੀਂ ਮੈਂ ਇਹ ਕਿਉਂ ਨਹੀਂ ਲੈਂਦਾ ਕਿ ਡੈਡੀ ਮੈਨੂੰ ਕਹਿ ਰਹੇ ਨੇ। ਜੇ ਸਾਰੇ ਨਹੀਂ ਕਰਨਗੇ ਤੇ ਉਹਨਾਂ ਨੂੰ ਕੁੱਟ ਪਏਗੀ, ਪਰ ਜੇ ਮੈਂ ਨਾ ਕੀਤਾ ਤਾਂ ਮੈਨੂੰ ਕੁੱਟ ਤੋਂ ਬੜੀ ਨਫ਼ਰਤ ਹੈ। ਉਹ ਕਹਿੰਦੇ ਤੂੰ ਆਪਣੀ ਨਿਬੇੜ, ਤੈਨੂੰ ਹੋਰ ਨਾਲ ਕੀ, ਤੂੰ ਆਪਣਾ ਮੂਲ ਪਛਾਣ। ਸੋ ਤੁਹਾਡੀ ਅਪਰੋਚ ਇਜ਼ ਮਾਰਵਲਸ, ਥੈਂਕ ਯੂ। ਗਲਤੀ ਮੇਰੀ ਸੀ, ਮਾਫ ਕਰ ਦੇਣਾ। ਪਰਮਿੰਦਰ ਜੀ। ਹਾਂਜੀ, ਵਾਹਿਗੁਰੂ ਜੀ। ਮੇਰੇ ਕੁਝ ਨੋਟਸ ਹੈਗੇ ਲਾਸਟ ਕਲਾਸਾਂ ਦੇ ਤੇ ਆਈ ਵਿਲ ਗੋ ਥਰੂ them real quick। 4 ਸੁਣੀਆਂ ਦੀ ਪੌੜੀਆਂ ਤੇ 1 ਮੰਨੇ ਦੀ ਪੌੜੀ ਅਸੀਂ ਕੀਤੀ ਸੀਗੀ। ਹਾਲੇ ਮੰਨੇ ਦੀ ਨੂੰ ਛੱਡ ਦਿਓ ਕਿਉਂਕਿ ਅਸੀਂ ਹਾਲੇ ਸੁਣੇ ਦੀ ਸਾਰਿਆਂ ਨੇ ਕੀਤੀ ਹੈ ਜੀ। ਤੇ ਇਹਦੇ ਵਿੱਚ 2 ਚੀਜ਼ਾਂ ਮੇਨ ਹੈ, ਇੱਕ ਸੁਣਿਆ ਦੁੱਖ ਪਾਪ ਦਾ ਨਾਸ, ਤੇ ਇੱਕ ਜਿਹੜਾ ਹੈ ਕਿ ਸੁਣਨਾ ਕੀ ਹੈ ਤੇ ਸੁਣਨਾ ਕਿੱਦਾਂ। ਜੇ ਅਸੀਂ ਉਹਨੂੰ ਅਟੈਂਸ਼ਨ ਦੇ ਨਾਲ ਨਹੀਂ ਸੁਣਿਆ ਜਾਂ ਪੜ੍ਹਿਆ ਜਾਂ ਉਹਨੂੰ ਉਸ ਚੀਜ਼ ਨੂੰ ਉੱਤੇ 100% ਆਪਣੀ ਅਨਡਿਵਾਈਡਡ ਅਟੈਂਸ਼ਨ ਨਹੀਂ ਦਿੱਤੀ ਤੇ ਉਹ ਸੁਣਨਾ ਸਾਡਾ ਬੇਕਾਰ ਹੈ। ਉਹ ਤੇ ਇਸ ਤਰ੍ਹਾਂ ਹੋ ਗਿਆ ਕਿ ਪੱਥਰ ਤੇ ਬੂੰਦ ਪਈ ਤਿਲਕ ਕੇ ਹੋ ਗਈ। ਜੇ ਅੱਜ ਮੈਂ ਆਪਣਾ ਐਗਜ਼ਾਮਪਲ ਲਵਾਂ ਤੇ ਅਸੀਂ 1-1.25 ਘੰਟੇ ਦੀ ਕਲਾਸ ਲੈਂਦੇ ਹਾਂ ਤੇ ਡੂ ਆਈ ਡੈਡੀਕੇਟ that 90 minutes completely to ਗੁਰਬਾਣੀ? Me no। ਮੇਰੇ ਅਗਰ ਕੋਈ ਮੈਸੇਜ ਆਉਂਦਾ ਹੈ ਤੇ I'll respond to that WhatsApp ਦੇ ਉੱਤੇ। ਕਈ ਵਾਰੀ ਕੋਈ ਈਮੇਲ ਜ਼ਰੂਰੀ ਹੁੰਦੀ ਹੈ, I take that too। that means ਕਿ ਮੈਂ ਇੱਥੇ ਕਲਾਸ ਦੇ ਵਿੱਚ ਹੁੰਦੇ ਹੋਏ ਵੀ 100% ਇੱਥੇ ਨਹੀਂ ਆ। I'm not paying that 100% attention। ਹੁਣ ਇਹ ਜੇ ਮੈਂ ਇੱਥੇ 100% attention ਦਵਾਂ ਤੇ ਇੱਥੇ ਇੱਕ ਸੁਣਿਆ ਹੋਇਆ ਵਰਡ ਮੈਂ ਉਹਨੂੰ ਅਡੈਪਟ ਕਰਾਂ ਔਰ ਇੰਪਲੀਮੈਂਟ ਕਰਾਂ ਤੇ ਤਾਂ ਮੇਰਾ ਉਹ ਸੁਣਿਆ ਜਿਹੜਾ ਹੈ ਉਹ ਸਫਲ ਹੈ। ਅਦਰਵਾਈਜ਼ ਉਹ ਜੋ ਮੈਂ ਅੱਜ ਕਲਾਸ ਦੇ ਵਿੱਚ ਸੁਣਿਆ ਉਹ ਬੇਕਾਰ ਹੈ। ਔਰ ਇਸੇ ਤਰ੍ਹਾਂ ਅਗਰ ਮੈਂ ਨਿਤਨੇਮ ਦੀ ਬਾਣੀਆਂ ਦਾ ਵੀ ਪਾਠ ਕੀਤਾ ਔਰ ਉਹਨੂੰ ਇੰਪਲੀਮੈਂਟ ਨਹੀਂ ਕੀਤਾ ਜਾਂ ਉਹਨੂੰ ਉਹਦੇ ਵਿੱਚੋਂ ਉਹਦਾ ਜ਼ੈਸਟ ਨਹੀਂ ਕੱਢਿਆ ਜਾਂ ਆਪਣੇ ਤੇ ਕੋਈ ਚੀਜ਼ ਇੰਪਲੀਮੈਂਟ ਨਹੀਂ ਕੀਤੀ ਤੇ ਉਹ ਪਾਠ ਕੀਤਾ ਵੀ ਮੇਰਾ ਬੇਕਾਰ ਹੈ। ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਆ ਕਿ ਜਿੰਨੀ ਸੁਣ ਕੇ ਮੰਨਿਆ ਹੋਂ ਤਿੰਨ ਬਲਿਹਾਰੇ ਜਾਉ। ਜਿਨ੍ਹਾਂ ਨੇ ਸੁਣ ਕੇ ਰੱਬ ਦੇ ਨਾਂ ਨੂੰ ਮੰਨ ਲਿਆ ਮੈਂ ਉਹਨਾਂ ਤੋਂ ਬਲਿਹਾਰੇ ਜਾਣਾ ਹਾਂ। ਗਾਵਿਆ ਸੁਣਿਆ ਤਿਨ ਕਾ ਹਰ ਥਾਈ ਪਵੈ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਜਿਨ੍ਹਾਂ ਨੇ ਸਤਿਗੁਰ ਦੀ ਆਗਿਆ ਯਾਨੀ ਕਿ ਜੋ ਸਾਡੇ ਡੈਡੀ ਨੇ ਕਹਿਤਾ ਕਿ ਪੁੱਤਰ ਤੂੰ ਆਹ ਕੰਮ ਨਹੀਂ ਕਰਨਾ ਨਹੀਂ ਤਾਂ ਕੁੱਟ ਪਵੇਗੀ ਜਾਂ ਤੈਨੂੰ ਇਨਾਮ ਮਿਲੇਗਾ, ਤੇ ਜੇ ਮੈਂ ਡੈਡੀ ਦੀ ਗੱਲ ਮੰਨ ਕੇ ਮੈਂ ਉਸ ਰਾਹ ਤੁਰ ਪਿਆ ਔਰ ਉਹ ਚੀਜ਼ਾਂ ਕਰ ਰਿਹਾ ਜਿਹੜੀ ਮੈਨੂੰ ਕਰਨੀਆਂ ਚਾਹੀਦੀਆਂ ਤੇ ਤਾਂ ਮੇਰਾ ਉਹ ਸੁਣਿਆ ਜਿਹੜਾ ਹੈ ਉਹ ਸਫਲ ਹੈ। ਨਹੀਂ ਤੇ ਉਹ ਜਿਹੜਾ ਮੇਰਾ ਸੁਣਿਆ ਹੈ ਉਹ ਸਾਰਾ ਵਿਅਰਥ ਹੈ। ਹਾਂਜੀ ਵਾਹਿਗੁਰੂ ਜੀ, ਵੈਰੀ ਗੁੱਡ। ਇਹ ਫਾਇਦਾ ਹੁੰਦਾ ਹੈ ਨੋਟਸ ਦਾ, ਕਿੰਨੀ ਵੱਡੀ ਸਪੋਰਟ ਹੁੰਦੀ। ਹੁਣ ਭਾਵੇਂ ਇਹ ਆਪਣਾ ਜੀਵਨ ਜੀਵੇ ਜਾਂ ਨਾ ਜੀਵੇ, ਇਹਨੇ ਗੱਲ ਬੜੇ ਇੱਧਰ ਸਕੈਟਰਡ ਨਹੀਂ ਹੋਈ, ਫੋਕਸਡ ਤੇ ਗੱਲ ਕਰ ਲਈ। ਅੱਗੇ ਇਹਦਾ ਵੀਰ ਦਾ ਤੇ ਰੱਬ ਦਾ ਲੈਣ ਦੇਣ।
appreciate it. Thank you. हाँ जी वीना जी. Unmute करके. ਗੁਰੂ ਨਾਨਕ ਦੇਵ ਜੀ ਨੇ ਸੁਣੀਏ ਦੇ ਉੱਤੇ ਬਹੁਤ ਇੰਪੋਰਟੈਂਸ ਦਿੱਤੀ ਹੈ. ਲਾਟ ਆਫ ਸਟ੍ਰੈਸ ਔਨ ਕਿ ਸੁਣਨ ਤੇ ਵੈਸੇ ਹੁਣ ਅਸੀਂ ਆਪਣੇ ਐਵਰੀਡੇ ਲਾਈਫ ਦੇ ਵਿੱਚ ਵੀ ਕਈ ਵਾਰੀ ਸੁਣ ਲੈਂਦੇ ਹਾਂ ਪਰ ਇੰਨਾ ਧਿਆਨ ਨਹੀਂ ਕਰਦੇ ਤੇ ਇਹਦੇ 'ਚ ਨੇ ਕਿਹਾ ਹੈ ਕਿ ਸੁਣ ਕੇ ਉਹਨੂੰ ਵਿਚਾਰ ਖਾਸ ਕਰਕੇ ਸੁਣਨਾ ਕੀ ਹੈਗਾ ਰੱਬ ਦੀ ਸਿਫਤ ਸਲਾਹ ਰੱਬ ਦਾ ਨਾਂ ਉਹਨੂੰ ਸੁਣ ਕੇ ਤੇ ਅੰਦਰ ਵਸਾਣਾ ਐਨਾਲਾਈਜ਼ ਕਰਨਾ ਇੰਟਰਨਲਾਈਜ਼ ਕਰਨਾ ਤਦੇ ਉਹਦਾ ਫਾਇਦਾ ਹੈਗਾ ਤੇ ਸੁਣਨ ਦੀ ਬਹੁਤ ਇੰਪੋਰਟੈਂਸ ਹੈ which I feel even in our everyday life ਕਿ ਕੋਈ ਵੀ ਗੱਲ ਹੋਏ ਉਹਨੂੰ ਸੁਣੋ ਤੇ ਤਦੇ ਹੀ ਉਹ ਸਮਝ ਪੈਂਦੀ ਹੈ superficially so ਸਾਰਿਆਂ ਨੇ ਬੜਾ ਸੋਹਣਾ ਐਕਸਪਲੇਨ ਕੀਤਾ ਹੈਗਾ but I don't know the best I can do is ਕਿ this is what I understand ਕਿ ਬਈ ਸੁਣਨ ਨਾਲ ਹੀ ਤੁਹਾਨੂੰ ਸਮਝਣ ਨਾਲ ਸੁਣਨ ਨਾਲ ਦਿਲ 'ਚ ਵਸਾਣ ਨਾਲ ਹੀ ਮਨ ਨੂੰ ਸ਼ਾਂਤੀ ਮਿਲਣੀ ਹੈ ਤੇ ਜਿਹੜੇ ਵੀ ਵੱਡੇ ਸਿੱਧ ਪੀਰ ਸੁਰਨਾਥ ਹੋਏ ਨੇ ਉਹ ਸਾਰੇ ਉਸ ਸਟੇਜ ਤੇ ਪਹੁੰਚੇ ਹਨ ਨਾਂ ਦੇ ਸੁਣਨ ਦੇ ਨਾਲ ਹੀ ਨੋਟਸ ਤੇ ਮੈਂ ਵੀ ਬਣਾਏ ਹੋਏ ਨਾ ਪਰ ਉਹ ਕਹਿੰਦੇ ਨਾ ਕਿ ਰੱਬ ਦੀ ਸਿਫਤ ਸਲਾਹ ਸੁਣਨ ਨਾਲ ਮਾਮੂਲੀ ਆਦਮੀ ਵੀ ਚਲਾਨਯੋਗ ਹੋ ਜਾਂਦਾ ਹੈ ਤੇ ਜੋ ਸੁਰਤ ਵਿੱਚ ਜੁੜਦੀ ਹੈ ਆਦਮੀ ਸਿਫਤ ਸਲਾਹ ਕਰਨ ਵਾਲਾ ਬਣ ਜਾਂਦਾ ਹੈ ਤੇ ਨਾਮ ਵਿੱਚ ਸੁਰਤ ਜੁੜਿਆ ਹੀ ਧਰਮ ਪੁਸਤਕਾਂ ਦਾ ਗਿਆਨ ਦੇ ਮਨ ਵਿੱਚ ਪੈਦਾ ਹੁੰਦਾ ਹੈ ਨਾਮ ਸੁਣਨ ਨਾਲ ਹੀ ਅਕਾਲ ਪੁਰਖ ਨੂੰ ਮਿਲਣ ਦਾ ਤੇ ਜੁੜਨ ਦਾ ਆਨੰਦ ਤੇ ਡਿਜ਼ਾਇਰ ਪੈਦਾ ਹੁੰਦੀ ਹੈ ਕਿਉਂਕਿ ਜਦ ਤੁਹਾਨੂੰ ਸਮਝ ਪੈਂਦੀ ਹੈਗੀ ਤਦੇ ਤੁਹਾਨੂੰ ਡਿਜ਼ਾਇਰ ਹੁੰਦੀ ਹੈ ਹੋਰ ਸਮਝਣ ਦੀ ਤੇ ਹਾਂਜੀ that's all I have to say. No problem. Very good. At least you are starting to speak, which is appreciable. Thank you. Moni, would you like to say something, anything, because you'd been attending those classes? Yes, I will. I thought it was Paramjit Chachi's turn, but I can just give but I ignored you on purpose. I thought that I would ask you first okay. instead of putting you into the confusing situation. Yes. So for me, I'll just give a brief gist. The 4 Sunya Pauri, for me, it means that I have to read it, listen to it, understand it, and imply it. I think those are the 4 things that these Pauri tell us. And more than anything, like I have to apply all these things in my daily life, like, day-to-day action that I take. I have to bring awareness to myself that there is Waheguru, there is Nam. And then if I focus my attention, if I focus in Nam, I think Waheguruji will bless me with his awareness. That's how I feel. Yep. Good. But I think for me is I'm actually, I'm trying, I don't know Gurmukhi that well. I can read it, but not fluently. So I've been spending a little bit of time learning Gurmukhi because I think if I understand, reading Hindi and Gurmukhi is 2 different things. So the more I want to learn, improve myself in reading Gurmukhi so that I can understand the Guruji's language. It Very makes good. sense. You keep it doing and pray to Guruji and he will definitely bestow upon you. Okay? Yes. Thank you, Putra. Hanji. Amarjit Paramjit. So ਇਹ 4 ਪੌੜੀਆਂ 'ਚ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਾਰਿਆਂ ਵੀਰਾਂ ਭੈਣਾਂ ਨੇ ਕਿਹਾ ਕਿ ਸੁਣਨ ਦੀ ਮਹਾਨਤਾ ਦੱਸੀ ਹੈ ਕਿ ਸਭ ਤੋਂ ਪਹਿਲੇ ਕੁਝ ਵੀ ਕਰਨ ਤੋਂ ਪਹਿਲੇ
ਸੁਣਨਾ ਸਿੱਖਣਾ ਚਾਹੀਦਾ, ਉਹਦੇ ਨਾਮ ਨੂੰ ਸੁਣਨਾ, ਉਹਦੇ ਹੁਕਮ ਨੂੰ ਸੁਣਨਾ। ਤੇ ਚਾਰੋਂ ਪੌੜੀਆਂ 'ਚ ਗੁਰੂ ਨਾਨਕ ਦੇਵ ਜੀ ਨੇ ਉਸ ਦੀ ਮਹਾਨਤਾ ਦੱਸੀ ਹੈ ਕਿ ਜਿਸ ਤਰ੍ਹਾਂ ਪੀਰਾਂ ਨੂੰ, ਦੇਵਤਿਆਂ ਨੂੰ, ਈਸ਼ਰ ਬ੍ਰਹਮਾ ਸਾਰਿਆਂ ਨੂੰ ਜੋ ਪਦਵੀ ਪ੍ਰਾਪਤ ਹੋਈ ਹੈ ਉਹ ਸੁਣਨ ਨਾਲ, ਮਤਲਬ ਉਤਨਾ ਗਿਆਨ ਸੁਣਨ ਨਾਲ ਉਹ ਗਿਆਨ ਸਾਡੇ ਅੰਦਰ ਵੀ ਹਾਸਿਲ ਹੋ ਸਕਦਾ ਹੈ। ਉਹੀ ਸਾਰੇ ਗਿਆਨਾਤ 'ਚ ਉਹ ਵਾਹਿਗੁਰੂ ਵਿਆਪਕ ਹੈਗਾ ਹੈ। ਉਸਦੇ ਸੁਣਨ ਨਾਲ ਸ਼ਾਸਤਰਾਂ ਦੀ, ਸਿਮਰਤੀਆਂ ਦੀ, ਸਾਰਿਆਂ ਦੀ ਸਾਨੂੰ ਗਿਆਨ ਸਾਡੇ ਅੰਦਰ ਆਉਣ ਲੱਗ ਜਾਂਦਾ ਹੈ। ਸਾਡੇ 'ਚ ਸਤ, ਸੰਤੋਖ, ਸਹਿਜ, ਧਿਆਨ ਲਗਾਉਣਾ ਸਭ ਕੁਛ ਸੁਣਨ ਦੇ ਨਾਲ, ਧਿਆਨ ਨਾਲ ਸੁਣਨ ਦੇ ਨਾਲ ਇਹ ਆਉਣ ਲੱਗ ਜਾਂਦਾ ਹੈ। ਉਹਦੀ ਗਹਿਰਾਈ ਦੀ ਸਮਝ ਆਉਣ ਲੱਗਦੀ ਹੈ। ਜਦ ਇਹ ਸਭ ਸੁਣਨ ਨਾਲ ਉਸਦੇ ਨਾਂ ਨੂੰ ਅਸੀਂ ਅੰਦਰ ਵਸਾਵਾਂਗੇ, ਸੁਣਨ ਲੱਗ ਜਾਵਾਂਗੇ, ਤੇ ਉਸਦੇ ਭਗਤਾਂ ਸਾਡੇ ਅੰਦਰ ਹਮੇਸ਼ਾ ਹੀ ਖੁਸ਼ੀ, ਖੇੜਾ, ਆਨੰਦ ਬਣਿਆ ਰਹੇਗਾ। ਕਿਉਂਕਿ ਸਾਡੀ ਅਵਸਥਾ ਹੋ ਜਾਏਗੀ ਇਸ ਤਰ੍ਹਾਂ ਦੀ ਹੋ ਜਾਏ ਕਿ ਦੁੱਖ ਔਰ ਸੁੱਖ 'ਚ ਇੱਕ ਸਮ ਹੋ ਜਾਏਗੀ ਇੱਕਦਮ, ਭਾਵੇਂ ਸੁੱਖ ਹੈ ਦੁੱਖ ਹੈ, ਸੋ ਤਾਂ ਹੀ ਉਹ ਮਹਿਸੂਸ ਨਹੀਂ ਹੋਗਾ ਕਿ ਸਾਡੀ ਅਵਸਥਾ ਉੱਥੇ ਤੱਕ ਪਹੁੰਚ ਜਾਂਦੀ ਹੈ ਕਿ ਇੱਕ ਸਮ ਹੋ ਜਾਂਦਾ ਹੈ। ਤੇ ਮੈਨੂੰ ਇਹੀ ਸਮਝ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਭ ਨੇ ਬਹੁਤ ਕੁਝ ਕਹਿ ਦਿੱਤਾ ਹੈ। ਜਿਹੜਾ ਸ਼ਿਵ ਤੁਸੀਂ ਕੀ ਜੀ, ਲੈਣਾ? ਮੈਂ ਉਹੀ ਗਿਆ ਸ਼ਿਵ ਨਹੀਂ, ਬ੍ਰਹਮਾ ਅਸੀਂ ਸਾਡੇ 'ਚ ਬੜੀ ਭੈੜੀ ਆਦਤ ਹੈ। ਆਮ ਸੌਰੀ, ਮੈਂ ਅਸੀਂ ਸਭ ਤੋਂ ਪਹਿਲੇ ਇਸ ਇੰਪ੍ਰੈਸ਼ਨ 'ਚ ਆ ਜਾਂਦੇ ਹਾਂ। ਮੈਂ ਦੈਟ ਮੀਨਸ ਕਿ ਮੇਰੇ 'ਚ ਕੰਪਲੈਕਸ ਹੈ ਕਿ ਸਾਰਿਆਂ ਨੇ ਬਹੁਤ ਵਧੀਆ, ਮੈਨੂੰ ਕੀ ਲੈਣਾ? ਮੇਰਾ ਤਾਲੁਕ ਮੇਰੇ ਤੇ ਮੇਰੇ ਰੱਬ ਜੀ ਨਾਲ ਹੈ। ਠੀਕ ਹੈ। ਮੈਂ ਅਪਾਹਿਜ ਹਾਂ, ਮੈਂ ਪੈਰਾਲਾਈਜ਼ਡ ਹਾਂ, ਗੁਰੂ ਦੇ ਨਾਲ ਮੇਰਾ ਸਿੱਧਾ ਰਿਸ਼ਤਾ ਆਪਣਾ ਹੈ। ਮੈਂ ਦੇਖੀ ਜਾਵਾਂ ਵੀ ਇਹ ਸਾਰੇ ਪੈਰਾਂ ਵਾਲੇ, ਹੱਥਾਂ ਵਾਲੇ ਕਿੱਦਾਂ ਤੁਰਦੇ ਨੇ, ਤੇ ਮੈਂ ਗਲਤ ਹਾਂ। ਸੌਰੀ। ਹਾਂਜੀ, ਕੈਰੀ ਔਨ। ਹਾਂਜੀ, ਸੋ ਆਈ ਕੇਮ ਟੂ ਅੰਡਰਸਟੈਂਡ ਫਰਮ ਇਹ 4 ਪੌੜੀਆਂ ਦੇ ਗੁਰੂ ਸਾਹਿਬ ਜੀ ਸਾਨੂੰ ਕਹਿ ਰਹੇ ਹਨ ਕਿ ਸਿਰਫ ਸਲਾਹ ਦੇ ਨਾਲ, ਸੁਰਤ ਜੋੜਨ ਦੇ ਨਾਲ, ਗੁਰਬਾਣੀ ਨੂੰ ਸਮਝਣਾ, ਉਸ ਨੂੰ ਟੋਟਲੀ ਇੰਗਰੋਸ ਜਾਂ ਅਬਜ਼ੌਰਪਸ਼ਨ ਕਰਕੇ, ਗੁਰੂ ਜੀ ਸਾਨੂੰ ਕਹਿ ਰਹੇ ਕਿ ਉਸਨੂੰ ਸੁਣਨਾ ਇਤਨਾ ਇੰਪੋਰਟੈਂਟ ਹੈ, ਅਟੈਂਸ਼ਨ ਦੇਣਾ ਗੁਰਬਾਣੀ ਦੇ ਨਾਲ। ਇੱਕ ਸਾਧਾਰਨ ਇਗਨੋਰੈਂਟ ਇਨਸਾਨ ਵੀ ਵਾਇਸ ਹੋ ਜਾਂਦਾ ਹੈ ਔਰ ਸਿੰਫੁਲ ਵੀ ਬਿਕਮ ਪਿਓਰ ਹੋ ਜਾਂਦਾ ਹੈ। ਇਤਨੀ ਮਤਲਬ ਉਸ ਵਿੱਚ ਬਰਕਤ ਹੈ ਔਰ ਵਰਚੂ ਸਾਰੇ ਹਾਈ ਮੋਰਲ ਅਰਾਈਜ਼ ਹੋ ਜਾਂਦਾ ਆਪਣੇ ਅੰਦਰ। ਔਰ ਵਾਹਿਗੁਰੂ ਦੇ ਪਿਆਰ ਦੇ ਨਾਲ ਜਿਹੜਾ ਆਰਡੀਨਰੀ ਇਨਸਾਨ, ਸਾਧਾਰਨ ਇਨਸਾਨ ਵੀ ਭਗਤ ਬਣ ਜਾਂਦਾ ਐਂਡ ਉਹ ਰਿਮੇਨ ਐਵਰ ਬਲੈਸ, ਕਿ ਆਨੰਦ ਵਿੱਚ ਆ ਜਾਂਦਾ ਹੈ। ਕਿਆ ਬਾਤ। There are few people who are progressing. Good. Keep it up, guys and girls. Can I add it one more line? Please, please. Spiritual point of view, I want to add Sabat Sunna, not physical sound, divine sound ਜਿਹੜਾ ਹੈ ਸਾਰੇ ਅੰਦਰ inwards traveling ਹੋਣਾ, ਉਸਨੂੰ ਸੁਣਨਾ ਹੈ ਜਿਹੜੇ ਅੰਦਰ ਹੈ। ਤਾਂ we have to ਸੁਣ ਨਾਲ ਉਸਦੇ ਨਾਲ gradually ਸਾਨੂੰ progress ਹੋਣਾ ਹੈ। Sorry, say it again. ਮੇਰੇ ਸਮਝ ਨਹੀਂ ਆਇਆ, please. Spiritual point of view ਮੇਰੇ ਜਿਹੜਾ ਸ਼ਬਦ ਜਿਹੜਾ ਸੁਣਨਾ ਹੈ, not physical sound ਨੂੰ, ਹਾਂਜੀ ਹਾਂਜੀ, divine sound ਜਿਹੜਾ ਕਿ travel ਜਿਹੜਾ deep inwards, ਉਸਨੂੰ ਸੁਣਨ ਨਾਲ ਆਪਣੇ ਆਪ ਨੂੰ ਅੱਗੇ ਵਾਹਿਗੁਰੂ ਦੇ ਕੋਲ ਪਹੁੰਚਣ ਦਾ ਪ੍ਰੋਗਰੈਸ ਕਰਨਾ ਹੈ। Okay. All right. Thank you. ਹਾਂਜੀ, ਕਾਰ ਸਿੰਘ ਜੀ। ਥੈਂਕ ਯੂ। ਸਾਰਿਆਂ ਨੇ ਕਿਸੇ ਨੇ 100 ਨੰਬਰ ਲਾਏ, ਕਿਸੇ ਨੇ 105 ਲਾਏ। ਸਾਡੇ ਇਹ 60 ਪਾਸੇ ਦੇਣ ਵਾਲੇ ਨੇ। ਸਾਨੂੰ 33 ਵੀ ਨਹੀਂ ਦੇਣੇ ਖੁਰੇ। ਪਰ ਇਹ ਆ ਵੀ 33 ਜਿਹੜੇ ਬੰਦਾ 33 ਨੰਬਰ ਲੈ ਲੈਂਦਾ ਨਾ, ਤੇ ਉਹ ਅਗਲੀ ਕਲਾਸ 'ਚ ਬਹਿਣ ਜੋਗਾ ਹੋ ਜਾਂਦਾ। ਜਿਹੜੇ ਮਿੰਟ ਦੇ ਹੁਸ਼ਿਆਰ ਹੁੰਦੇ ਉਹ ਤਾਂ ਹੁੰਦੇ ਆ ਨਾ। ਨਹੀਂ, ਇਹ ਵੀ ਤੇ ਹੁੰਦਾ ਨਾ, ਉਹ ਕਹਿੰਦਾ ਅਸੀਂ ਸਾਰੀ ਉਮਰ ਆਏ ਫਸਟ ਆ, ਭਾਵੇਂ ਪਾਸਾਂ ਚੋਂ ਆਈਏ ਭਾਵੇਂ ਫੇਲਾਂ ਚੋਂ। ਨਹੀਂ, ਪਰ ਅਸੀਂ 33 ਵਾਲੇ ਬੰਦੇ ਰੇੜ ਖੇਡ ਕੇ ਜਾਵਾਂ, ਜੇ 30 ਆ ਗਏ ਜੀ ਅੱਜ ਕਹਿੰਦਾ ਜ਼ੀਰੋ ਕਦੀ ਛੱਡਿਆ ਹੀ ਨਹੀਂ, ਫੇਲਾਂ ਚੋਂ ਫਸਟ। ਚਲੋ, ਥੈਂਕ ਯੂ। I can't believe it. Everybody is so remarkable. You know, ਮਾਲਕ ਨੇ ਕਿੰਨੀ ਬਖਸ਼ਿਸ਼ ਕੀਤੀ ਸਾਰਿਆਂ ਤੇ।
ਜਿੱਦਾਂ ਮੈਂ ਕੱਲ ਗੱਲ ਕਰਦਾ ਸੀ ਵੀ ਗੁਣ ਨਿਧਾਨ ਗੁਣ ਤਿੰਨੀ ਗਾਏ ਜਾਂ ਕੋ ਕਿਰਪਾ ਧਾਰੀ ਕਿਰਪਾ ਧਾਰੀ ਗੁਰਬਾਣੀ ਧਨ ਸੁਖੀਆ ਧਨ ਉਸ ਜਨਮਾ। ਕਿਆ ਹਾਂ, ਬਾਤ ਹੈ। ਗੁਰਬਾਣੀ ਬਿਰਲੋ ਵਿਚਾਰ ਸੀ ਜੇ ਕੋਈ ਗੁਰਮੁਖ ਹੋਏ। ਕਿਆ ਬਾਤਾਂ, ਵੈਰੀ ਨਾਈਸ। ਅੱਛਾ, ਮੈਂ ਸੋਚ ਰਿਹਾ ਸੀ ਵੀ ਇਹ ਜਿਹੜੇ 4 ਸਟੈਂਜਾ ਗੁਰੂ ਸਾਹਿਬ ਨੇ ਲਿਖਿਆ ਸੁਣਿਆ ਤੇ ਗੁਰੂ ਸਾਹਿਬ ਨੇ ਨਾ ਇੱਕ ਕਿਸਮ ਦੀ ਸਾਨੂੰ ਲਿਸਟ ਕ੍ਰੀਏਟ ਕੀਤੀ ਹੈ, ਕਾਫੀ ਵੱਡੀ ਲਿਸਟ ਕ੍ਰੀਏਟ ਕੀਤੀ ਆ, ਤੇ ਉਹਦੇ ਵਿੱਚ ਕਈ ਚੀਜ਼ਾਂ ਨੇ ਜਿਹੜੀਆਂ ਸਾਡੇ ਫਿੱਟ ਹੁੰਦੀਆਂ ਨੇ, ਤੇ ਕਈ ਇਹੋ ਜਿਹੀਆਂ ਚੀਜ਼ਾਂ ਗੁਰੂ ਸਾਹਿਬ ਨੇ ਕਹੀਆਂ ਨੇ ਜਿਨ੍ਹਾਂ ਦਾ ਸਾਡਾ ਕੋਈ ਮਤਲਬ ਨਹੀਂ। ਹੁਣ ਮੈਂ ਸਿੱਧ ਪੀਰ ਸੁਰਨਾਥ ਬਣ ਕੇ ਕੀ ਲੈਣਾ? ਹਾਂਜੀ, ਵਾਹ ਵਾਹ। ਹਾਂਜੀ, ਤੇ ਮੈਨੂੰ ਤੇ ਇਹ ਆ ਵੀ ਜਿਹੜੀ ਮੇਰੀ ਅਪਰੋਚ ਆ ਕਿੱਦਾਂ ਵੀ ਮੈਂ ਅੰਧਾ ਹਾਂ, ਤੇ ਗੁਰੂ ਸਾਹਿਬ ਇਹ ਕਹਿ ਰਹੇ ਕਿ ਜੇ ਤੂੰ ਮੇਰਾ ਉਪਦੇਸ਼ ਸੁਣ ਲਿਆ ਨਾ ਪੁੱਤਰ, ਸੁਣ ਕੇ ਸਮਝ ਕੇ ਵਿਚਾਰ ਕੇ ਆਪਣੇ ਅੰਦਰ ਠਹਿਰਾ ਕੇ ਆਪਣੇ ਸੁਭਾਅ ਦਾ ਹਿੱਸਾ ਬਣ ਕੇ ਤੇ ਫਿਰ ਅੰਧੇ ਪਾਵੇ ਰਾਹ ਹੋ ਜਾਂਦਾ। ਹੁਣ ਮੈਂ ਆਪਣੇ ਨੂੰ ਸੋਚਦਾ ਵੀ ਮੈਂ ਅੰਧਾ ਵਾਂ ਤੇ ਮੈਨੂੰ ਕਿੱਦਾਂ ਰਾਹ ਲੱਭੂਗਾ ਕਿ ਮੈਂ ਆਪਣੇ ਪਰਮਾਤਮਾ ਨੂੰ ਮਿਲ ਸਕਾਂ, ਮੈਂ ਉਹਦੇ ਘਰ ਤੱਕ ਪਹੁੰਚ ਸਕਾਂ। ਇਹ ਮੇਰੀ ਅਪਰੋਚ ਹੈ ਵੀ ਮੈਂ ਅੰਧਾ ਵਾਂ, ਮਾਲਕ ਸੱਚੇ ਪਾਤਸ਼ਾਹ ਮੈਨੂੰ ਰਾਹ ਦਾ ਨਹੀਂ ਪਤਾ, ਮੈਨੂੰ ਨਹੀਂ ਪਤਾ ਮਾਲਕ ਕਿੱਥੇ ਵਸਦਾ, ਤੇ ਤੁਹਾਡੀ ਕਹੀ ਹੋਈ ਗੱਲ, ਤੁਹਾਡਾ ਦੱਸਿਆ ਹੋਇਆ ਉਪਦੇਸ਼ ਜਿਹੜਾ ਨਾ, ਉਹ ਮੈਨੂੰ ਵਾਸ਼ੀ ਲੀਡ ਕਰੇਗਾ ਕਿ ਮੈਂ ਸੁਜਾਖਾ ਬਣ ਜਾਵਾਂਗਾ ਤੇ ਮੇਰੀ ਸਾਂਝ ਪਰਮਾਤਮਾ ਨਾਲ ਪੈ ਜਾਵੇਗੀ। ਫਿਰ ਗੁਰੂ ਸਾਹਿਬ ਕਹਿੰਦੇ ਵੀ ਜਿਹੜੀ ਇੱਕ ਹੋਰ ਚੀਜ਼ ਜਿਹੜੀ ਮੇਰੇ ਜ਼ਰੂਰਤ ਹੈ ਮੇਰੇ ਵਾਸਤੇ ਆ ਕਿ ਮੇਰੇ ਕੋਲ ਸਤ ਸੰਤੋਖ ਗਿਆਨ ਨਹੀਂ ਹੈਗਾ। ਅੱਛਾ, ਮੈਂ ਹੁਣ ਇਹ ਕਿੱਦਾਂ ਅਚੀਵ ਕਰਨਾ? ਗੁਰੂ ਸਾਹਿਬ ਕਹਿੰਦੇ ਵੀ ਵਾਕਿਆ ਹੀ ਜੇ ਤੈਨੂੰ ਇਹ ਵਸਤੂ ਚਾਹੀਦੀਆਂ ਨੇ, 2-3 ਵਸਤੂ ਚਾਹੀਦੀਆਂ ਨੇ, ਤੇ ਤੈਨੂੰ ਪੁੱਤਰ ਸੁਣਨਾ ਜ਼ਰੂਰ ਕਰਨਾ ਪਏਗਾ। ਤੇ ਜਦੋਂ you are dedicated and committed to the Guru's words and upadesh, his message, then you will reach that state of mind where you will be ਸਤ ਸੰਤੋਖ ਤੇ ਗਿਆਨ ਤੇਰੇ ਕੋ ਆ ਜਾਏਗਾ। ਫਿਰ ਹੁਣ ਜਿਹੜੀ ਮੇਰੀ ਆਖਰੀ ਅਪਰੋਚ ਇਹ ਹੋਏਗੀ ਕਿ ਗੁਰੂ ਸਾਹਿਬ ਕਹਿੰਦੇ ਵੀ ਨਾਨਕ ਭਗਤਾਂ ਸਦਾ ਉਗਾਸ। ਇਹ ਇੱਕ ਗੱਲ ਮੰਨਣ ਵਾਲੀ ਆ, ਭਗਤਾਂ ਕੋਲ ਹਮੇਸ਼ਾ ਉਗਾਸ ਤੇ ਸਦੀਵੀ ਖੁਸ਼ੀ ਹੁੰਦੀ। ਕੀ ਮੈਨੂੰ ਸਦੀਵੀ ਖੁਸ਼ੀ ਚਾਹੀਦੀ ਹੈ? ਮੇਰੇ ਵਾਸਤੇ ਕੁਐਸਚਨ। ਜੇ ਤੇ ਮੈਨੂੰ ਸਦੀਵੀ ਖੁਸ਼ੀ ਚਾਹੀਦੀ ਹੈ ਤੇ ਫਿਰ ਮੈਨੂੰ ਭਗਤ ਜ਼ਰੂਰ ਬਣਨਾ ਪਏਗਾ। ਜਿੰਨਾ ਚਿਰ ਮੈਂ ਭਗਤ ਨਹੀਂ ਬਣ ਸਕਦਾ ਉਹਨਾਂ ਚਿਰ ਮੈਂ ਖੁਸ਼ਹਾਲ ਤੇ ਆਨੰਦਮਈ ਜੀਵਨ ਨਹੀਂ ਜੀ ਸਕਦਾ। ਹਾਂਜੀ, ਤੇ ਇਹ ਮੇਰੀ ਅਪਰੋਚ ਹੋਵੇ, ਮੇਰੀ ਆਪਣੀ ਅਪਰੋਚ ਆ ਕਿ ਕਿੱਦਾਂ ਨਾ ਕਿੱਦਾਂ ਜ਼ੋਰ ਸ਼ੋਰ ਲਾ ਕੇ ਰੱਟਾ ਛੱਟਾ ਮਾਰ ਕੇ ਵੀ ਦੇ ਲੈ ਕੇ ਜਾਂ ਸਮਝ ਵਿਚਾਰ ਕੇ ਜਿੰਨੇ ਵੀ ਹੱਥ ਕੰਡੇ ਸੀ ਕਿੰਨੇ ਵਰਤਦੇ ਰੋਜ਼ ਬਿਜ਼ਨਸ ਦੇ ਵਿੱਚ, ਕਾਰੋਬਾਰਾਂ ਵਿੱਚ, ਕੋਈ ਨਾ ਕੋਈ ਇਹੋ ਜਿਹਾ ਹੱਥ ਕੰਡਾ ਲਾ ਕੇ ਮੈਂ ਕਿਤੇ ਭਗਤ ਬਣ ਜਾਵਾਂ। ਹਾਂਜੀ, ਤੇ ਫਿਰ ਹੋ ਸਕਦਾ ਮੈਂ ਵੀ ਵਿਕਾਸ ਵਿੱਚ ਰਹਿਣਾ ਸ਼ੁਰੂ ਕਰਦਾ। ਦੂਜੀ ਗੱਲ ਗੁਰੂ ਸਾਹਿਬ ਵੀ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ਼। ਹੁਣ ਦੁੱਖ ਪਾਪ ਕਾ ਨਾਸ਼ ਕੋਈ ਮਿਰੇਕਲ ਥੋੜਾ ਵਾਪਰਨਾ ਕਿ ਗੁਰੂ ਦੀ ਬਾਣੀ ਸੁਣਿਆ ਦੁੱਖ ਪਾਪ ਨਾਸ਼ ਹੋ ਜਾਣੇ ਨਾ। ਗੁਰੂ ਦੀ ਬਾਣੀ ਸੁਣਿਆ, ਗੁਰੂ ਦੇ ਉਪਦੇਸ਼ ਨੂੰ ਸੁਣਿਆ, ਮਨੁੱਖ ਨੇ ਇੱਕ ਚੀਜ਼ ਆਪਣੇ ਹਿਰਦੇ ਵਿੱਚ ਡਿਵੈਲਪ ਕਰਨੀ ਆ। ਉਹਨੇ ਇਹ ਜਿਹੜੀ ਜੀਵਨ ਜਾਂਚ ਵਾਸਤੇ ਜਿਹੜੀ ਸੋਹਣੀ ਜੀਵਨ ਜਾਂਚ ਦਾ ਫਿਊਲ ਆ ਮਨੁੱਖ ਦੇ ਕੋਲ, ਉਹ ਆ ਗੁਣ ਤੇ ਵਿਜ਼ਡਮ। ਜਿੰਨਾ ਮਨੁੱਖਾਂ ਕੋਲ ਗੁਣ ਹੁੰਦੇ ਨੇ, ਜਿੰਨਾ ਮਨੁੱਖਾਂ ਕੋਲ ਅਕਲ ਹੁੰਦੀ ਆ, ਉਹ ਮਨੁੱਖ ਫਾਰ ਸਾਈਟਡ ਹੁੰਦੇ। ਹੁਣ ਮੈਂ ਆਪਣੇ ਆਪ 'ਚ ਗੁਣ ਡਿਵੈਲਪ ਕਰਨੇ ਆ, ਮੈਂ ਆਪਣੇ ਹਿਰਦੇ ਵਿੱਚ ਅਕਲ ਪ੍ਰਫੁੱਲਤ ਕਰਨੀ ਆ, ਤੇ ਜਦੋਂ ਮੈਂ ਜੀਵਨ ਜੀਵਾਂਗਾ ਇਹ ਮੇਰੇ ਮਦਦਗਾਰ ਹੋਣਗੇ। ਜਿੱਦਾਂ ਗੁਰੂ ਸਾਹਿਬ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚੱਲਣ, ਇਹ ਮੇਰੇ ਨਾਲ ਚੱਲਣਗੇ। ਤੇ ਜਿੱਥੇ ਜਦੋਂ ਦੁੱਖਾਂ ਦੀ ਹਨੇਰੀ ਆਏਗੀ, ਹਾਰੀ ਕੇਨ ਆਏਗੀ ਨਾ, ਤੇ ਅੱਗੇ ਫਿਰ ਮੇਰੇ ਮਦਦਗਾਰ ਬਣਨਗੇ, ਖੜਨਗੇ ਕੰਧ ਬਣ ਕੇ। ਤੇ ਸੁਣਨ ਦੇ ਨਾਲ ਹੀ ਮਨੁੱਖ ਦੇ ਦੁੱਖ ਪਾਪ ਨੇ ਉਹ ਨਾਸ ਹੁੰਦੇ ਨੇ। ਠੀਕ ਹੈ, ਹੁਣ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਹੋਈ, ਮੰਨਦੇ ਹਾਂ ਕਿ ਕਿਆ ਬਾਤਾਂ ਉਹਨਾਂ ਦੀਆਂ। ਗੁਰੂ ਤੇਗ ਬਹਾਦਰ, ਛੋਟੇ ਸਾਹਿਬਜ਼ਾਦੇ, remarkable. They have done it. I think what they did, they was painful. They suffered a lot, but they didn't bend.
They're perhaps too broke, but they didn't bend against the cruelty of all those people. The Khalsa. क्या बात है, थैंक यू जी। बाबा जी ਮੈਨੂੰ ਸਾਰਿਆਂ ਜਿਸ ਨੂੰ ਸਮਤ ਦਿਓ। ਹਾਂਜੀ ਵੀਨਾ ਹਾਂਜੀ ਜੀ। ਮੈਂ ਕਹਿਣ ਲਈ ਸੀ, ਮੈਨੂੰ ਜਿਸ ਤਰ੍ਹਾਂ ਸਮਝ ਪੈਂਦੀ ਹੈ ਸੁਣੀਏ ਦੁੱਖ ਪਾਪ ਕਾ ਨਾਸ ਔਰ ਜਾਂ ਭਗਤਾਂ ਸਦਾ ਵਿਗਾਸ, ਕਿ ਬਈ ਜਦ ਤੁਸੀਂ ਸੁਣ ਕੇ ਨਾ ਵਸਾ ਲਿਆ ਦਿਲ ਵਿੱਚ ਫੁੱਲ ਫੇਥ, ਤੁਹਾਨੂੰ ਐਕਸੈਪਟੈਂਸ ਆ ਜਾਂਦੀ ਹੈ। ਐਨੀਥਿੰਗ ਹੈਪਨਸ, ਦੁੱਖ ਪਾਪ ਜਿਹੜਾ ਹੈ ਉਹ ਤੁਸੀਂ ਬਿਕੋਜ਼ ਤੁਹਾਡਾ ਫੇਥ ਰੱਬ ਦੇ ਵਿੱਚ ਨਾ ਤੁਹਾਡੇ ਦਿਲ 'ਚ ਵਸਿਆ ਹੈਗਾ, ਸੋ ਯੂ ਹੁਕਮ ਮੰਨਣ ਦਾ ਤੁਹਾਡੇ 'ਚ ਟੋਲਰੈਂਸ ਆ ਜਾਂਦੀ ਹੈ, ਮਤਲਬ ਹੁਕਮ ਮੰਨਣ 'ਚ ਤੁਸੀਂ ਐਕਸੈਪਟੈਂਸ ਆ ਜਾਂਦੀ ਹੈਗੀ ਕਿ ਐਂਡ ਦੈਨ ਇਟਸ ਨਾਟ ਲਾਈਕ ਯੂ ਡੋਂਟ, ਪਰ ਜਿਨ੍ਹਾਂ ਨੂੰ ਬਹੁਤ ਲੱਗਣ ਲੱਗੀ, ਜੋ ਯੂ ਸੀ ਸਮ ਪੀਪਲ ਜਿਨ੍ਹਾਂ ਦੇ ਵੈਰੀ ਕਾਮ, ਕਿ ਜਿਸ ਤਰ੍ਹਾਂ ਉਹਨਾਂ ਨੂੰ ਕੋਈ ਕੁਛ ਪਰੇਸ਼ਾਨੀ ਨਹੀਂ ਹੁੰਦੀ, ਪਰ ਆਈ ਥਿੰਕ ਦੇ ਐਕਸੈਪਟ ਇਟ ਐਂਡ ਲਾਈਕ ਹੁਕਮ ਮੰਨ ਕੇ ਤੇ ਐਂਡ ਸੁਣਨ ਨਾਲ ਮਤਲਬ ਰੱਬ ਦੀ, do you have more faith or you believe in God, or and that's how I look at it when they say कि दुख पाप का नाश, दुख पाप खत्म नहीं हो जाते, पर तुसी बर्दाश्त कर लेंदे हो, तुसी एक्सेप्ट कर लेंदे हो कि हुक्म है रब दा। हाँ जी, इरेडिकेट नहीं होंगे क्योंकि वो आने हैं ते आने हैं। हाँ जी भुपिंदर जी। हाँ जी, I think there are two parts to it. One is that dukh which is caused by the 5 desires that we have. Kam, Krodh, Lobh, Moh, Ahankar. I think if you are, this is my thinking. I think if one is on the godly path, you will stay away from these 5 desires, which will then prevent you from having the pain. And on the other side, if there is pain, like we've been told that sukh and dukkha are like our clothes we wear interchangeably. These are, some things are bound to happen, but we are better prepared mentally to accept those, and we don't, pardon my language, bitch about the pain that we have. Why this? Why that? Why did I have to go through this? Why am I having to suffer? The other guy is not suffering. So I think if we understand Gurbani and we get to a sage stage, we don't feel that pain, but the pain will be there. So one is to avoid us from getting down the wrong path. If we take the right path, we won't go down the left path. And the other is that the pains that are coming will come to everybody. We are able to accept it and to float above it and not let it disturb us or destroy us. Anji. Yes, very good. Yes, that is correct. And if you do remember, we talked about मैं डेट पानी शुरू कर देनी है 11-17 ਤੇ ਉਸ ਤੋਂ ਇੱਕ ਹਫਤਾ ਪਹਿਲੇ 11-10 ਹੋਏਗਾ। we talked about ਪਾਪ ਕੀ ਹੈ ਤੇ ਦੁੱਖ ਕੀ ਹੈ। ਹਾਂਜੀ, ਤੇ ਇਹ ਕਿੱਥੋਂ ਉਪਜਦੇ ਆ। we talked about it ਕਿ ਜਿਹੜਾ ਦੁੱਖ ਹੈ ਉਹ ਵਿਕਾਰਾਂ ਦੀ ਬਾਈ ਪ੍ਰੋਡਕਟ ਹੈ, ਕਿਉਂਕਿ ਜਿਹੜੀਆਂ ਵਿਕਾਰ ਦੇ ਮਗਰ ਜਦੋਂ ਮੇਰਾ ਮਨ ਲੱਗਦਾ ਹੈ ਤੇ ਮੈਂ ਉਹਨਾਂ ਦੇ ਪਿੱਛੇ ਲੱਗ ਕੇ ਉਹ ਸਾਰਾ ਕੁਝ ਇਨਕਲਕੇਟ ਕਰੀ ਜਾਣਾ, ਹੈਂਸ ਮੈਨੂੰ ਤਕਲੀਫ ਹੁੰਦੀ ਹੈ। ਪਾਪ ਜਿਹੜਾ ਹੈ ਉਹ ਵੀ ਮਨ ਦੇ ਤਲ ਤੇ ਹੈ, at the level of, ਪਰ ਉਹ ਮਾੜੀ ਸੋਚ ਜਿਹੜੀ ਹੈ ਨਾ, ਹੁਣ ਜਿਹੜਾ ਮਨ ਹੈ ਉਹ ਸੋਚਦਾ ਸਿਰਫ ਥਾਟ ਹੈ, ਹੋਰ ਕੁਛ ਨਹੀਂ। ਉਹ ਥਾਟ ਆਪਣੇ ਬਾਡੀ ਦੇ ਪਾਰਟਸ ਨੂੰ ਦਿੰਦਾ, ਉਹੀ ਥਾਟ ਆਪਣੇ ਮਾਈਂਡ ਨੂੰ, ਆਪਣੇ ਐਕਸੀਕਿਊਸ਼ਨਰ ਨੂੰ ਦਿੰਦਾ ਤੇ ਉਹ ਐਕਸੀਕਿਊਟ ਹੁੰਦੀ ਹੈ। ਸੋ ਜਿਹੜੀਆਂ ਵੀ ਮਾੜੀਆਂ ਸੋਚਾਂ ਨੇ ਜਿਨ੍ਹਾਂ ਦਾ ਰਿਜ਼ਲਟ ਚੰਗਾ ਹੈ ਹੀ ਨਹੀਂ, ਉਹ ਪਾਪ ਹੈ। ਹੁਣ ਬਾਣੀ ਕੀ ਕਹਿੰਦੀ ਹੈ, ਪਾਤਸ਼ਾਹ ਕਹਿੰਦੀ ਹਮ ਪਾਪੀ ਤੁਮ ਪਾਪ ਖੰਡਨ। ਕਿਹੜਾ ਪਾਪ ਹੈ ਕਿਹੜਾ ਨਹੀਂ ਹੈ, ਜਿਹੜੀ ਵੀ ਮੇਰੀ ਮਾੜੀ ਸੋਚ ਹੈ ਉਹ ਮੈਨੂੰ ਪਾਪੀ ਬਣਾਉਂਦੀ ਹੈ। ਤੁਮ ਪਾਪ ਖੰਡਨ ਤੇ ਪਾਪੀ ਤੋਂ ਪਾਪ ਖੰਡਨ
ਨੀਕੋ ਠਾਕੁਰ ਦੇਸਾ। ਨੀਕੋ ਠਾकुर देसा। फिर क्योंकि मेरी सोच पापी है इस करके मैं पापी हो गया, पर तेरे कोल जाके मैं उन्होंने खंडित कर दिता। फिर एक वो हैगा जिहड़ा आपां रोज पढ़दे आ, मेरा कर्म कुटिलता जन्म कुभांती, कर्म। फिर नानक खसम विसारें ते कमजात, नानक नावै बाज सनात। ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਇਹ ਸਾਨੂੰ ਉਸ ਪਾਸੇ ਨੂੰ ਲੈ ਕੇ ਜਾਂਦੀਆਂ ਵੀ ਅਸੀਂ ਉਧਰਲੇ ਪਾਸੇ। ਹੁਣ ਜਿਹੜੀ ਤ੍ਰਿਸ਼ਨਾ ਦੀ ਭੁੱਖ ਤੇ ਵਿਕਾਰਾਂ ਦਾ ਦੁੱਖ, ਤੇ ਸਭ ਤੋਂ ਵੱਡਾ ਜੇ ਅਸੀਂ ਰੀਅਲਾਈਜ਼ ਕਰ ਲਈਏ ਨਾ ਤੇ ਅਸੀਂ ਡਿਵੀਏਟ ਹੀ ਨਾ ਕਰੀਏ ਕਿ ਰੱਬ ਤੋਂ ਵਿਛੋੜਾ ਜਿਹੜਾ ਹੈ ਨਾ ਉਹ ਸਾਰਿਆਂ ਤੋਂ ਵੱਡਾ ਦੁੱਖ ਹੈ। ਤੁਦੋਂ ਭੁੱਲੇ ਸੇ ਜਮ ਜਮ ਮਰਦੇ, ਤਿੰਨ ਕਦੇ ਨਾ ਚੁੱਕਣ ਹਾਵੇ। ਤੇ ਉਹਦਾ ਇਲਾਜ ਕੀ ਹੋ, ਕਿਰਪਾਲ ਸੁਆਮੀ ਮੇਰੇ ਸੰਤਾਂ ਸੰਗ ਵਿਹਾਵੇ। ਸੋ ਅਸੀਂ ਇਹਦੀ ਗੱਲ ਕੀਤੀ ਸੀਗੀ। ਕੁਛ ਨਹੀਂ ਮੇਰੇ ਕੋਲ ਹੋਰ ਐਡ ਕਰਨ ਨੂੰ। ਕਾਰ ਸਿੰਘ ਹੋਰਾਂ ਨੇ ਸਾਰੀ ਗੱਲ ਸਮੇਟਤੀ। ਐਗਜ਼ੈਕਟਲੀ ਮੈਂ ਕਹਿੰਦਾ ਸੀ ਕੋਈ ਤੇ ਸਮਝੇ। ਅਸੀਂ ਸਾਰੇ ਹਾਲੇ ਵੀ ਅਸੀਂ ਪੜ੍ਹ ਕੇ ਦੇਖਦੇ ਪਏ ਹਾਂ, ਹਾਲੇ ਵੀ ਅਸੀਂ ਪੜ੍ਹ ਕੇ ਬੋਲਦੇ ਪਏ ਹਾਂ। ਅਸੀਂ ਗੱਲ ਕਰ ਚੁੱਕੇ ਹੋਏ ਹਾਂ ਪਰ ਅਸੀਂ ਨੋਟਸ ਨਹੀਂ ਲੈ ਕੇ, ਨਹੀਂ ਇਹ ਨਵੀਂ ਗੱਲ ਹੈ। ਘੱਟ ਤੋਂ ਘੱਟ ਕਲਾਸ ਤੋਂ ਬਾਅਦ ਅਸੀਂ ਜੇ ਥੋੜਾ ਜਿਹਾ ਕੰਟੈਂਪਲੇਟ ਕਰੀ, ਸਾਨੂੰ ਲੱਗੇਗਾ ਨਹੀਂ ਅੱਜ ਨਵੀਂ ਗੱਲ ਕੀਤੀ ਹੈ, ਲਿਖਿਆ ਨਹੀਂ ਹੋਇਆ ਕਿਧਰੇ, ਅਸੀਂ ਪੜ੍ਹਿਆ ਅੱਜ ਸੁਣਿਆ। ਉਹਨੂੰ ਫਿਰ ਅਸੀਂ ਡਿਸਕਸ ਕਰੀਏ, ਜੇ ਸਾਨੂੰ ਹਜ਼ਮ ਨਹੀਂ ਹੁੰਦੀ ਉਹਨੂੰ ਬ੍ਰਿੰਗ ਅਪ ਕਰੀਏ ਕਿ ਨਹੀਂ ਜੀ ਤੁਸੀਂ ਗੱਲ ਕਹੀ ਸੀ, ਸਾਨੂੰ ਤਾਂ ਏਦਾਂ ਲੱਗਦਾ। ਵੀ ਆਰ ਆਲ independent to talk about it, but we didn't। ਕਿ ਮੈਂ ਕੀ ਲੈਣਾ ਦੁੱਖ ਆਪਣਾ ਧੌਲ ਤੋਂ, ਮੇਰੀ ਫਿਲਾਸਫੀ ਨਹੀਂ ਹੈ। Do I believe ਧੌਲ ਧਰਮ? Do I believe ਸਿੱਧ ਪੀਰ ਸੁਰਨਾਥ? No, I don't। ਰਾਦਰ ਸੁਣਿਆ ਤੋਂ ਮੈਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਮੈਂ ਇਹਨਾਂ ਤੋਂ ਕੀ ਲੈਣਾ ਹੈ, ਮੇਰਾ ਰਾਹ ਹੀ ਨਹੀਂ ਹੈਗਾ। I'll be wasting my time। ਹਾਂਜੀ ਹਰਕੇਵਲ ਜੀ। ਮੈਨੂੰ ਲੱਗਦਾ ਵੀ ਇਹ ਇਉਂ ਨਹੀਂ ਕਹਿ ਰਹੇ ਵੀ ਸਾਡਾ ਕੋਈ ਉਹਨਾਂ ਨਾਲ ਗੱਲ, ਮਤਲਬ ਇਹਦੇ ਨਾਲ ਸਾਡਾ ਕੋਈ ਸੰਪਰਕ ਹੈ ਈਸ਼ਰ ਬਰਮਾ ਇੰਦ ਦੇ ਨਾਲ। ਇਹ ਸਿਰਫ ਤੇ ਸਿਰਫ ਉਹ ਆਤਮਿਕ ਅਵਸਥਾ ਦੀ ਗੱਲ ਕੀਤੀ ਗਈ ਹੈਗੀ ਹੈ ਵੀ ਉਹਨਾਂ ਦੀ ਆਮ ਤੌਰ ਤੇ ਲੋਕੀ ਸੋਚਦੇ ਆ ਵੀ ਉਹਨਾਂ ਦੀ ਇੰਨੀ ਆਤਮਿਕ ਅਵਸਥਾ ਨਹੀਂ ਵੀ ਹੈ। ਨਹੀਂ, ਇਹ ਸੋਚ ਤਾਂ ਹੈਗਾ ਨਾ ਲੋਕਾਂ ਦੀ, ਲੋਕਾਂ ਦੀ ਸੋਚ ਹੈ ਨਾ। ਤੇ ਮੈਨੂੰ ਲੋਕਾਂ ਦੀ ਸੋਚ ਆ ਜਾਂਦੀ ਹੈ ਕਿ ਮੈਂ ਲੋਕਾਂ ਦੀ ਸੋਚ ਤੋਂ ਕੁਝ ਨਹੀਂ ਲੈਣਾ। This is what I'm trying to signify। ਗੁਰੂ ਸਾਹਿਬ ਜਦੋਂ ਮੈਨੂੰ ਸੁਣਿਆ ਕਹਿੰਦੇ ਨੇ ਤੇ ਉਹ ਕਹਿੰਦੇ ਨੇ ਤੂੰ ਆਪਣਾ ਫੋਕਸ ਕਰ। ਕਿ ਐਸ ਹੁਣ ਜਿੱਥੇ ਫੋਕਸ ਕਰਨ ਦੀ ਲੋੜ ਹੈ ਉਹ ਜਦੋਂ ਕਹਿੰਦੇ ਨੇ ਸਤ ਸੰਤੋਖ ਗਿਆਨ, ਗਿਆਨ ਤੇਰਾ ਹਿੱਸਾ ਬਣ ਜਾਏ, ਤੈਨੂੰ ਸਤ ਤੇ ਸੰਤੋਖ ਦਾ ਪਤਾ ਲੱਗ ਜਾਏ। ਸਿੱਧ ਜਿਹੜਾ ਹੈ ਉਹ ਸਤੀ ਸੰਤੋਖੀ ਹੈ ਕਿ ਨਹੀਂ ਸਾਨੂੰ ਪਤਾ ਹੀ ਨਹੀਂ ਹੈ, ਕਿਉਂਕਿ ਸਾਨੂੰ ਪੜ੍ਹਾਇਆ ਨਹੀਂ ਗਿਆ ਉਸ ਬਾਰੇ। ਅਸੀਂ ਸੁਣਿਆ ਹੋਇਆ ਕਿਸੇ ਪਾਸੇ, ਪੜ੍ਹਿਆ ਹੋਇਆ ਕਿਸੇ ਪਾਸੇ। ਬਾਣੀ ਸਾਨੂੰ ਸਿੱਧ ਹੋਣਾ ਨਹੀਂ ਗਿਣਾਉਂਦੀ, ਬਾਣੀ ਸਾਨੂੰ ਸੰਤੋਖੀ ਹੋਣਾ ਨਹੀਂ ਗਿਣਾਉਂਦੀ। ਹਾਂ, ਉਹ ਕਹਿੰਦੀ ਇਹ ਇੱਕ ਅਵਸਥਾ ਹੈ ਜਿੱਥੇ ਤੂੰ ਜਾ ਸਕਦਾ ਹੈ। ਇਸ ਤਰ੍ਹਾਂ ਬਿਲਕੁਲ ਹਲਕਾ ਜਿਹਾ ਮਾਈਨਿਊਟ ਡਿਫਰੈਂਸ ਹੈ ਭਾਂਬੀਰੀ ਕੇ ਪਾਤ ਪਾਰ ਦੋ ਵਾਂਗੂ। ਇੱਕ ਹੈਗਾ ਕਿ ਆਮ ਮਨੁੱਖ ਉਹਨਾਂ ਅਵਸਥਾਵਾਂ ਤੇ ਪਹੁੰਚ ਜਾਂਦਾ ਹੈ, ਇਹ ਲਿਖਿਆ ਹੋਇਆ ਹੈ। ਪਰ ਜਿਹੜਾ ਈਦਰ ਰਿਬੈਲੀਅਸ ਔਰ ਜਿਹਨੂੰ ਸਹਿਜ ਦੀ ਸਮਝ ਆ ਗਈ, ਜਿਹਨੂੰ ਵਿਜ਼ਡਮ ਆ ਗਈ, ਉਹ ਕਹਿੰਦਾ ਮੈਨੂੰ ਗਿਆਨ ਚਾਹੀਦਾ ਭਾਈ। ਇਹੀ ਗਿਆਨ ਮੈਨੂੰ ਬੜਾ ਏ ਕਿ ਮੈਂ ਉੱਥੇ ਨਹੀਂ ਜਾਣਾ, ਮੈਂ ਇੱਧਰ ਨੂੰ ਜਾਣਾ। ਜਿਹੜਾ ਪ੍ਰਵਿਰਤੀ ਕਰਮ ਹੈ ਉਹ ਇਹੀ ਹੈ, ਆਪਣੇ ਆਪ ਨੂੰ ਬਦਲਣ ਦਾ, ਆਪਣੀ ਸੋਚ ਨੂੰ ਬਦਲਣ ਦਾ। ਹੁਣ ਜਦੋਂ ਅਸੀਂ ਕਹਿੰਦੇ ਹਾਂ ਕਿ ਸਤ ਸੰਤੋਖ ਗਿਆਨ ਮੇਰਾ ਜ਼ਿੰਦਗੀ ਦਾ ਹਿੱਸਾ ਬਣ ਜਾਏ, ਜੇ ਇਹ ਬਣ ਗਿਆ ਤੇ ਭਾਵੇਂ ਮੈਂ ਪੜ੍ਹੀ ਜਾਵਾਂ ਸਿੱਧ ਸੰਤੋਖ ਤੇ ਬ੍ਰਹਮਾਇੰਦ। ਹੁਣ ਜਿਹੜੇ ਬ੍ਰਹਮਾਇੰਦ ਨੇ ਉਹ ਤੇ ਹੈਗਾ, ਉਹ ਵੇਖੇ ਉਹਨਾਂ ਨਜ਼ਰ ਨਾ ਆਵੇ। ਬਹੁਤ ਆਏ ਵਿਡਾਨ ਗੁਰੂ ਸਾਹਿਬ ਵੀ ਤੁਹਾਨੂੰ ਬਣਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ, ਨਾ ਸਿੱਧ ਪੀਰ ਬਣਾਉਣ ਦੀ ਕੋਸ਼ਿਸ਼ ਕਰਨਾ, ਈਸ਼ਰ ਬ੍ਰਹਮਾ ਬਣਾਉਣ ਦੀ ਕੋਸ਼ਿਸ਼ ਕਰ ਰਹੇ। ਇਹ ਤਾਂ ਕਹਿੰਦੇ ਜੇ ਤੂੰ
ਸੋਚਦਾ ਹੈ ਵੀ ਉਹਨਾਂ ਦੀ ਅਵਸਥਾ ਇੰਨੀ ਉੱਚੀ ਹੈ, ਤੇਰੀ ਅਵਸਥਾ ਵੀ ਇਹ ਪਰਮਾਤਮਾ ਦੇ ਨਾਮ ਨੂੰ ਸੁਣ ਕੇ ਏਡੀ ਉੱਚੀ ਹੋ ਸਕਦੀ ਹੈ। ਸਿਰਫ ਇਹੀ ਇਹਦਾ ਮਕਸਦ ਮੇਰਾ ਗੋਲ ਨਾਓ ਹੋਲਡ ਔਨ ਹੋਲਡ देयर ਮੇਰਾ ਗੋਲ ਸਚਿਆਰ ਬਣਨਾ ਕਿ ਉਹ ਅਵਸਥਾ ਤੇ ਜਾਣਾ ਹੈ। ਨਹੀਂ ਉਹ ਬਿਲਕੁਲ ਸਹੀ ਹੈ, ਬਿਲਕੁਲ ਸਹੀ ਗੱਲ। ਬਣਨਾ ਸਚਿਆਰ ਹੈ। That's what I should deduce. That's what I should deduce ਕਿ ਮੈਂ ਆਪਣੀ ਅਵਸਥਾ ਜਿਹੜੀ ਹੈ ਉਹ ਸਚਿਆਰ ਤੇ ਰੱਖ ਕੇ ਮੈਨੂੰ ਇਹਨਾਂ ਸਾਰਿਆਂ ਦੀ ਅਸਲੀਅਤ ਪਤਾ ਲੱਗ ਜਾਣੀ। That's it. Now ਅੱਜ ਮੈਂ ਇਸ ਤਰ੍ਹਾਂ ਸਮਝ ਸਕਦਾ ਕਿ ਮੈਂ ਸਿੱਧ ਪੀਰ ਤੇ ਉਹ ਜਿਹੜਾ ਸਰਾਂ ਗੁਨਾ ਕੇ ਗਾ ਉਹ ਤੇ ਠੀਕ ਹੈਗਾ, ਉਹ ਇੱਕ ਹੋਰ ਜਿਹੜਾ ਈਸ਼ਰ ਬ੍ਰਹਮਾ, ਉਹ ਸਾਰਾ ਕੁਝ ਅੱਜ ਮੈਂ ਸੋਚ ਸਕਦਾ, ਪਰ ਮੈਂ ਕਿਧਰੇ ਇਹਨੂੰ ਗੋਲ ਨਾ ਬਣਾ ਲਵਾਂ। ਜੇ ਮੈਂ ਇਸ ਗੱਲ ਦਾ ਅਵੇਅਰ ਹਾਂ, ਪੜੀ ਚੱਲੋ, ਫਿਰ ਵੀ ਠੀਕ ਹੈ। ਇਸ ਤੋਂ ਅਗਲੀ ਖਿਆਲ ਰਵੇ ਕਿ ਮੇਰਾ ਮੇਰੀ ਜਿਹੜੀ ਅਪਰੋਚ ਹੈ ਉਹ ਮੈਨੂੰ ਕਿੱਥੇ ਕਿਉਂਕਿ ਸੋਚ ਹੈ ਨਾ ਅਪਰੋਚ ਦੇ ਵਿੱਚ, ਉਹ ਮੈਨੂੰ ਸੋਚ ਕਿੱਥੇ ਲੈ ਕੇ ਜਾਏਗੀ। ਜੇ ਮੇਰੀ ਸੋਚ ਕਿਧਰੇ ਡਿਵੀਏਟ ਕਰ ਗਈ ਤੇ ਮੈਂ ਆਪਣੇ ਗੋਲ ਤੋਂ ਹਿਲ ਜਾਵਾਂਗਾ। ਇੰਨੀ ਕੋਈ ਮੇਰੀ ਬੇਨਤੀ ਸੀ। ਬਾਕੀ ਜਿਹੜਾ ਸੀ ਗੁਰੂ ਆਪਣਾ ਇੱਕ ਹੋਰ ਗੱਲ ਇੱਥੇ ਮੈਨੂੰ ਆਈ ਸੀ ਕਿਧਰੇ, ਮੈਂ ਜਦੋਂ ਜੀ ਸੰਦੀਪ ਜੀ ਕੁਝ ਕਹਿਣ ਲੱਗੇ ਸੀ। ਹਾਂਜੀ ਨਹੀਂ, ਮੈਂ ਤਾਂ ਇਹ ਕਹਿ ਰਹੀ ਸੀ ਜਿਵੇਂ ਪਹਿਲੀ ਤੁਕ ਹੈਗੀ ਸੁਣਿਆ ਸਤ ਸਤ ਤੋਂ ਗਿਆਨ, ਉਸ ਤੋਂ ਨੈਕਸਟ ਤੁਕ ਹੈਗੀ ਸੁਣਿਆ 68 ਕਾ ਇਸ਼ਨਾਨ। ਹੁਣ ਸਾਡਾ 68 ਕਾ ਇਸ਼ਨਾਨ ਨਾਲ ਵੀ ਕੋਈ ਮੀਨਿੰਗ ਨਹੀਂ ਹੈ, ਪਰ ਗੁਰੂ ਸਾਹਿਬ ਨੇ ਕਿਹਾ ਵੀ ਤੁਹਾਨੂੰ ਜੇ ਤੁਸੀਂ ਸੁਣੋਗੇ ਤਾਂ ਤੁਹਾਨੂੰ ਤੀਰਥਾਂ ਤੇ ਜਾਣ ਦੀ ਜ਼ਰੂਰਤ ਨਹੀਂ ਹੈ, ਪਰ ਤੁਹਾਨੂੰ ਘਰ ਬੈਠਿਆਂ ਹੀ ਜਿਵੇਂ 68 ਤੀਰਥਾਂ ਦਾ ਇਸ਼ਨਾਨ ਹੋ ਜਾਏਗਾ। ਗੁਰੂ ਸਾਹਿਬ ਹਾਂਜੀ, ਪਰ ਸਾਡਾ ਕੋਈ ਉਸ 68 ਤੀਰਥਾਂ ਤੇ ਜਾਣ ਦਾ ਸਾਡਾ ਕੋਈ ਮਕਸਦ ਨਹੀਂ ਹੈ ਜਾਂ ਸਾਨੂੰ, ਪਰ ਗੁਰੂ ਸਾਹਿਬ ਨੇ ਉਹਦੇ ਕਿਹਾ ਕਿ ਤੁਹਾਨੂੰ 68 ਤੀਰਥਾਂ ਦਾ ਇਸ਼ਨਾਨ ਵਾਂਗ ਤੁਹਾਨੂੰ ਲੱਗੇਗਾ ਕਿ ਤੁਸੀਂ ਉਸ ਤਰ੍ਹਾਂ ਪਵਿੱਤਰ ਹੋ ਗਏ। ਦੇਖੋ ਅਸੀਂ ਕਿਸ ਤਰ੍ਹਾਂ ਆਪਣੀ ਸੋਚ ਬਦਲ ਲੈਂਦੇ ਹਾਂ। ਜੇ ਮੈਂ ਵੈਜੀਟੇਰੀਅਨ ਹੋਵਾਂ ਨਾ ਤੇ ਮੈਨੂੰ ਕੋਈ ਕਵੇ ਕਿ ਤੂੰ ਇਹ ਕੈਪਸੂਲ ਖਾ ਲੈ ਤੇ ਤੈਨੂੰ 2 ਚਿਕਨਾਂ ਦਾ ਰਾਜਾ ਆ ਜਾਏਗਾ, ਤੇ ਮੈਂ ਕਹਾਂਗਾ ਸ਼ੱਕਰ, ਮੇਰਾ ਮੂਡ ਖਰਾਬ ਕਰਤਾ ਹੀ, ਕਿਉਂਕਿ ਮੈਂ ਵੈਜੀਟੇਰੀਅਨ। ਇੱਥੇ ਮੈਂ ਤੀਰਥਾਂ ਤੇ ਜਾਣ ਦੀ ਲੋੜ ਨਹੀਂ ਹੈ, ਪਰ ਗੁਰੂ ਸਾਹਿਬ ਕਹਿ ਰਹੇ ਨੇ ਵੀ ਤੈਨੂੰ ਤੀਰਥਾਂ ਦਾ ਇਸ਼ਨਾਨ ਹੋ ਜਾਏ। ਮਤਲਬ ਆਪਣੀ ਸੋਚ ਹੈ, ਮੇਰੀ ਸੋਚ ਇਹ ਹੈ। ਅਗੇਨ ਆਈ ਐਮ ਨਾਟ ਇੰਪੋਜ਼ਿੰਗ ਮਾਈ ਸੋਚ ਔਨ ਯੂ। ਮੈਂ ਇਹ ਕਹਿਣਾ ਚਾਹਨਾ ਕਿ ਮੈਂ ਕਹਾਂਗਾ ਖਸਮਾਂ ਨੂੰ ਖਾਣ ਤੀਰਥ ਮੈਂ ਕੀ ਲੈਣਾ। ਮੇਰਾ ਬਾਪੂ ਕਹਿੰਦਾ ਕਿ ਤੀਰਥ ਨਾਵਾਂ ਜੇ ਤਿਸ ਪਾਵਾਂ। ਨਹੀਂ, ਬਾਪੂ ਵੀ ਇਹੀ ਕਹਿੰਦਾ, ਬਾਪੂ ਜੀ ਵੀ ਇਹੀ ਕਹਿੰਦੇ ਆ ਵੀ ਤੈਨੂੰ ਤੀਰਥਾਂ ਦੀ ਗੱਲ ਕੋਈ ਨਹੀਂ ਹੈਗੀ। ਇਹ ਆਮ ਲੋਕਾਂ ਦੀ ਜਿਹੜਾ ਮਨ ਦੇ ਵਿੱਚ ਮੈਂਟੈਲਿਟੀ ਬਣੀ ਹੋਈ ਸੀ ਵੀ ਉੱਥੇ 68 ਤੀਰਥਾਂ ਦੇ ਇਸ਼ਨਾਨ ਕਰਨਾ ਤਾਂ ਪਤਾ ਨਹੀਂ ਕੀ ਕੁਛ ਹੋ ਜਾਂਦਾ। ਉਹ ਕਹਿੰਦੇ ਵੀ ਉੱਥੇ ਪਾਸੇ ਤੈਨੂੰ ਜਾਣ ਦੀ ਲੋੜ ਕੋਈ ਨਹੀਂ, ਪਰ ਜੇ ਤੂੰ ਇਹ ਮਹਾਰਾਜ ਦਾ ਉਪਦੇਸ਼ ਸੁਣੇਗਾ ਤੇ ਤੂੰ ਬਸ ਇੱਥੇ ਹੀ ਠੀਕ ਹੈ। ਗੁਰੂ ਸਾਹਿਬ ਵੀ ਨਹੀਂ ਕਹਿੰਦੇ ਵੀ ਤੁਸੀਂ 68 ਦਾ ਇਸ਼ਨਾਨ ਕਰੋ। ਇਸ ਵਾਲਾ ਇਸ਼ੂ ਬਣਾਈਏ ਤੇ ਮਾਲਕ ਕਹਿੰਦਾ ਹੈ ਭਈ ਗੁਰ ਗਿਆਨ ਸਾਚਾ ਥਾਨ ਤੀਰਥ 10 ਪੁਰਬ ਸਦਾ ਦਸਾਹਰਾ। ਇਹ ਵੀ ਹੈਗਾ। ਇੱਕ ਹੋਰ ਚੀਜ਼ ਹੈਗਾ ਸਾਚ ਤੀਰਥ ਮੱਜਣਾ, ਇਹ ਵੀ ਕਿਧਰੇ ਹੈਗਾ। ਮੇਰੇ ਖਿਆਲ ਚ ਬੱਚਿਆ ਕਿ ਉਸ ਸਮੇਂ ਚ ਲੋਕਾਂ ਨੂੰ didn't understand and appreciate the meaning of ਸਚਿਆਰ, but they know what it meant by going to the tirtha or who this Siddh Peers are. So I think Guru Nanak is trying to say that by being a Satyar, i.e. through Suniye, you could attain what you think you are getting there, you can attain it by being Satyar. This is nice way to say. ਉਸ ਟਾਈਮ ਜੋ ਪ੍ਰਚਲਿਤ ਸੀ, ਜੋ ਲੋਕਾਂ ਨੂੰ ਉਸ ਟਾਈਮ ਜਾਂਦਾ ਸੀ, ਉਸ ਟਾਈਮ ਜੋ ਚੱਲ ਰਿਹਾ ਸੀ, ਲੋਕ ਸਿੱਧਾਂ ਪੀਰਾਂ ਨੂੰ ਮੰਨਦੇ ਸੀ। So he's trying to just ਸੁਣਨ ਨਾਲ ਉਹ ਗਿਆਨ ਜੋ ਉਹਨਾਂ ਚ ਉਹ ਗਿਆਨ ਤੁਹਾਡੇ ਅੰਦਰ ਆ ਸਕਦਾ ਹੈ। ਮੈਂ ਸੋਚਿਆ ਸੀ ਕਿ ਬਿਲਕੁਲ ਠੀਕ ਹੈ, ਕਿਉਂਕਿ ਬ੍ਰਾਹਮਣ ਜਿਹੜੇ ਸਨ ਉਹ ਪ੍ਰਧਾਨ ਸਨ ਨਾ, ਹਿੰਦੂ ਦੇ ਸਨ। ਹਾਂਜੀ, ਨਾਲੇ ਫੇਅਰਲੀ ਨਵਾਂ ਧਰਮ ਸੀਗਾ ਸਾਡਾ। ਮੈਂ ਦ੍ਰਿਸ਼ ਨੇ ਪਹਿਲੇ ਟੋਮਸਟੋਨ ਰੱਖਿਆ ਸੀ ਤੇ ਆਈ ਡਿਡਨਟ ਇਨਕਲੂਡ ਹਰ ਇਨ ਦਾ ਡਿਸਕਸ਼ਨ, ਬਟ ਇਹਨੇ ਦ੍ਰਿਸ਼ ਜੀ, ਦ੍ਰਿਸ਼ ਸਿੰਘ, ਸ਼ੀ ਇਜ਼ ਪਰਮਜੀਤ ਡਾਟਰ। ਤੇ ਸਾਰਿਆਂ ਨੂੰ ਫਤਿਹ ਬੁਲਾਓ ਬੇਟਾ ਪਹਿਲੇ, ਤੇ ਫਿਰ ਅਸੀਂ ਅਗਲੀ ਗੱਲ ਕਰਾਂ ਜਿਹੜੀ ਮੈਂ ਕਰਨ ਲੱਗਾ ਸੀ। ਅਨਮਿਊਟ ਕਰੋ ਪੁੱਤਰ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਮੈਂ ਇਹਨੂੰ ਇਗਨੋਰ ਕੀਤਾ ਹੋਇਆ ਸੀ ਭਈ ਸ਼ੀ ਡਸਨਟ ਵਾਂਟ ਟੂ ਜੁਆਇਨ ਤੇ ਚਲੋ ਇਹ ਲਿਸਨ ਕਰ ਰਹੀ ਹੈ, ਸ਼ੀ ਪ੍ਰੈਫਰਸ ਲਿਸਨ, ਕਿਉਂਕਿ ਮੈਂ ਕਿਹਾ ਸੁਣੇ ਦੀਆਂ ਪੌੜੀਆਂ ਨੇ ਤੇ ਸ਼ੀ ਲਿਸਨਸ ਓਨਲੀ, ਬਟ ਸ਼ੀ ਇਜ਼ ਵੈਰੀ ਵੈਲ ਰੈਡ। ਤੇ ਦ੍ਰਿਸ਼, ਯੂ ਵਾਂਟ ਟੂ ਐਡ ਸਮਥਿੰਗ? I think I learned something new because last time, sorry, my camera wasn't working. I didn't realize, but Oh, I didn't know that. Last time I think I participated a little bit on this subject of these parties about Suniye and listening, but I kind of got a little something else out of it this time. So I think the meaning of Suniye is twofold. There's listening that leads to learning. Awareness and connecting with Shabad, like Gyan Khand, knowledge is supreme, and in this realm of knowledge we'll learn everything. And throughout places in Gurbani I've seen that, okay, if we listen we can learn. If we stay aware and we listen and we learn, we can will be revealed the knowledge of how to connect with Waheguru, how to attain Sahaj. But there's listening just for the sake of listening or even learning. Listening for just keeping it at listening just to learn is, you might as well be just listening for the sake of hearing. The second part is if we don't comply. So when you listen, you're not just learning, but you're obeying. You're aligning with the message. You're aligning with Waheguru. You're obeying or you're complying. So your money is. So if Suniye is the tool, it is what helps us to cross the ocean to reach Sahaj, then money is the boat that actually takes us across that ocean. Very good. Thank you, Drish. Anyone else who wants to say anything? I, Drish, also learned today's session that there is one thing very significant, that when the Bani was recited, what was the environment? I used to say that, but I forgot today. So we must not ignore the contemporary environment of the thought process prevailed into the society. That's the new one. I think that is I think that the Guruji's kept certain things ambiguous, so that from wherever you are, wherever part of your journey you're coming from, you can connect to it, and it's just more all encompassing in that way. Right. Okay, so ਜਿਹੜੀ ਅਸੀਂ ਗੱਲ ਕਰ ਰਹੇ ਸੀ ਜੀ ਸ਼ੁਰੂ ਚ ਕਿ 5 ਕੋਸ਼ਿਸ਼ ਕਰੀਏ ਕਿ ਚੌਥਾ ਸੰਡੇ ਜਾਂ ਚੌਥਾ ਪੀਰੀਅਡ, ਜਿਹੜਾ ਚੌਥਾ ਡੇ, last week of the month, this month, should we are we ready to keep that open for the history? Which would be Thursday. You want to keep it on Thursday क्योंकि उस दिन शब्द होंगे ना? हाँ, ये भी कर सकते हैं ਅਸੀਂ। Yeah, Thursday. पर तो मोनी Thursday। हाँ, जिसने क्या होता है ना। Thursday. You want to keep it on Thursdays? You have to fiddle around with the days. Yeah. Okay. I'll try to join. Last Thursday of the month. एक set कर दो ना, फिर people will know. हाँ जी। So this way next Thursday होगा 28th. But we'll still have the class on Tuesday, right? Yeah, Tuesday class होगी as is. Okay. क्यों जी, ठीक है साਰਿਆਂ ਨੂੰ? So what are we doing on the 28th? I'm sorry. 28th we're gonna do the history of Guru Gobind Singh. All right. So we are replacing the regular your Thursday class for a history class. Just one time. Yes. Once a month. Is it what you're thinking? For every month. Every month. Every month there would be a different history or
whatever the topic we decide. Some topic, We yeah. decided that once a month we should have a lighter Yeah. period. So this time we are taking history. It's just saying it's not going to have any discussion, but we will find out, and I have to. It is just extempore. I have to look into it, and if there is any change, I will post for that. ਪਰ ਮੇਰੇ ਠੀਕ ਹੈ। ਖਿਆਲ ਨਾਲ ਵੀਰ ਜੀ Otherwise, ਅਸੀਂ ਜਿਹੜਾ light side ਰੱਖੀ ਸੀ ਉਹ ਸੀਗਾ ਥੋੜਾ ਜਿਹਾ knowing each other and interaction or any chosen subject extempore, ਉਹ lighter side ਹੈਗੀ ਹੈ। ਪਰ we cannot exchange the history with the regular class, ਇਸ ਕਰਕੇ ਅਸੀਂ ਉਹਨੂੰ ਉੱਥੇ ਪਾਤਾ। Yeah. ਠੀਕ ਹੈ। ਪਰ ਤੁਸੀਂ ਐਕਸਪਲੇਨ ਕਰੋਗੇ ਨਾ? ਹਾਂ, ਮਤਲਬ ਉਹਦੇ ਚ ਕੋਈ explanation ਨਹੀਂ ਹੈ। ਨਹੀਂ ਗੁਰੂ Just wait for the time till you get the handouts. अच्छा, मैं क्या कहना, next week, the next Tuesday, the volunteers, please. I can do it. Beginning Yeah. or closing? Beginning. 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 हाँ जी। अमरजीत जी closing. ठीक है जी। And we'll be doing मन्ने दी दूसरी पौड़ी after giving a brush touch of मन्ने दी पहली पौड़ी. Little revival and then. ठीक है जी। Anything else before we? हाँ, sorry, मैं आप ही भूल गया। मैं गल कर रहा सी मनजीत सिंह नाल। मैं ਇਹਦੇ ਬਾਰੇ ਗੱਲ ਕਰਨਾ ਚਾਹੁੰਦਾ ਸੀ। ਇੱਕ ਮਿੰਟ ਜੀ। ਸੋ ਮੈਂ ਇਹਦੇ ਬਾਰੇ ਉਹ ਆ ਹੀ ਨਹੀਂ ਰਿਹਾ ਅੱਜ ਕੀ ਗੱਲ ਹੈ ਬਈ। Sorry, give me a minute. We also had a topic on our parking lot, which was supposed to be talking about Ardas, which we haven't done yet. Okay, bhai yaad kara diya karo veer ji. Good that you are. You can put it in the parking lot. Maybe if your lighter day once a month is. Yes, definitely we'll do it. Thursday, we can do it for February then. It's a long wait, but definitely. अच्छा, ए ਪਿੱਛੇ ਮੇਰੇ ਬੈਕਗ੍ਰਾਉਂਡ ਮੈਂ ਉਹਨੂੰ ਫਰੰਟ ਤੇ ਲਿਆਣਾ ਚਾਹ ਰਿਹਾ, ਆ ਹੀ ਨਹੀਂ ਰਿਹਾ ਯਾਰ। ਹੱਦ ਹੋ ਗਈ। ਮੈਂ ਕਰਦਾ ਤੇ ਕੋਈ ਹੋਰ ਆ ਜਾਂਦਾ, ਮੈਨੂੰ ਇਹ ਲੈ ਹੀ ਨਹੀਂ ਰਿਹਾ। ਕਿਉਂ ਨਹੀਂ ਲੈ ਰਿਹਾ? I don't know. Okay. ਹੋਣਾ ਚਾਹੀਦਾ ਇੱਥੇ, but it's not giving me. I don't know why. No, sorry. ਚਲੋ ਇੱਥੋਂ ਹੀ ਦੇਖ ਲਓ। ਅਸੀਂ ਗੱਲ ਕਰ ਰਹੇ ਸੀਗੇ ਇੱਥੇ ਇਹ ਜਿਹੜੀਆਂ ਪਿੱਛੇ ਕਿਰਪਾਨਾਂ ਨੇ, ਇਹ 2 ਕਿਰਪਾਨਾਂ ਪਰਮ ਉਹ ਚਲੇ ਗਏ ਨੇ ਮਨਜੀਤ ਸਿੰਘ। ਮੈਂ ਕਿਹਾ ਸੀ ਸਾਰਿਆਂ ਨਾਲ ਸ਼ੇਅਰ ਕਰ ਲਾਂਗੇ। ਇਹ ਗੁਰੂ ਗੋਬਿੰਦ ਸਿੰਘ ਦੀਆਂ ਕਿਰਪਾਨਾਂ ਨੇ ਜਿਹੜੀਆਂ ਉਹਨਾਂ ਨੇ ਮਾਤਾ ਸੁੰਦਰ ਜੀ ਨੂੰ ਦਿੱਤੀਆਂ ਸਨ ਪਰਿਵਾਰ ਵਿਛੋੜੇ ਤੋਂ ਵੇਲੇ। ਇਹਦੇ ਨਾਲ 3 ਹੋਰ ਸ਼ਸਤਰ ਸੀਗੇ, ਮੈਨੂੰ ਯਾਦ ਨਹੀਂ ਕਿਹੜੇ, ਪਰ 3 ਸ਼ਸਤਰ ਹੋਰ ਸੀ, 5 ਸ਼ਸਤਰ ਦਿੱਤੇ ਸੀ। ਇਹ ਜਿਹੜੀਆਂ 5 ਸ਼ਸਤਰ ਸੀਗੇ, ਮਾਤਾ ਸੁੰਦਰੀ ਦਾ ਗੁਰਦੁਆਰਾ ਹੈਗਾ ਦਿੱਲੀ ਦੇ ਵਿੱਚ, ਰਾਉਜ਼ ਐਵਨਿਊ, ਤੁਰਕਮਾਨ ਗੇਟ, ਉੱਥੇ ਇਹ ਪਈਆਂ ਸਨ। ਤੇ 2001 ਜਾਂ 2 ਦੇ ਵਿੱਚ ਜਦੋਂ ਮਾਤਾ ਸੁੰਦਰੀ ਨੂੰ ਰੀਕਨਸਟਰਕਟ ਕੀਤਾ ਗਿਆ ਬਾਬਿਆਂ ਦੀ ਕਿਰਪਾ ਨਾਲ, ਤੇ ਉਦੋਂ ਅਸੀਂ ਉੱਥੇ ਸੀਗੇ ਉਹਨਾਂ ਦਿਨਾਂ 'ਚ। Not on that particular day, which I am going to mention. ਜਿਹੜੀ ਵੀ ਬਾਬਾ ਜੀ ਨੇ ਸੇਵਾ ਕਰਾਈ ਉਹਨੂੰ ਸਾਰੀ ਨੂੰ ਪਹਿਲੇ ਢਾਇਆ ਗਿਆ। ਜੇ ਕਿਸੇ ਨੇ ਮਾਤਾ ਸੁੰਦਰੀ ਗੁਰਦੁਆਰੇ ਦੇ ਦਰਸ਼ਨ ਕੀਤੇ ਹੋਣ ਤੇ ਥੱਲੇ ਭੋਰਾ ਸੀਗਾ,
ਜਿੱਥੇ ਕਹਿੰਦੇ ਸੀ ਮਾਤਾ ਜੀ ਤਪ ਕਰਦੇ ਸਨ ਜਾਂ ਭੋਰੇ 'ਚ ਬੈਠਦੇ ਸਨ। ਐਕਚੁਅਲੀ ਮਾਤਾ ਜੀ ਵਾਸ ਹਿਸਟੋਰੀਕਲੀ ਸਪੀਕਿੰਗ ਹਾਊਸ ਅਰੈਸਟਡ ਦੇਅਰ। ਉਹ 14 ਪੌੜੀਆਂ ਸਨ, ਦੈਟ ਮੀਨਸ 14 ਫੁੱਟ ਔਰ 12 ਤੋਂ 14 ਫੁੱਟ ਉਹ ਡੀਪ ਸੀਗਾ ਥੱਲੇ ਅੰਡਰਗਰਾਊਂਡ। ਤੇ ਉਹ ਸਾਰਾ ਉਹਨਾਂ ਨੇ ਤਹਿਸ ਨਹਿਸ ਕਰਤਾ। ਤੇ ਜਿਹੜਾ ਭੋਰੇ ਦਾ ਲੈਵਲ ਸੀ, ਟਰਾਈ ਟੂ ਅੰਡਰਸਟੈਂਡ ਦਾ ਆਰਕੀਟੈਕਚਰ ਵਿਊ, ਉਹ 14 ਫੁੱਟ ਥੱਲੇ ਸੀ। ਤੇ ਉੱਥੋਂ ਇੱਕ ਸਲੇਟ ਮਿਲੀ ਸੀ। ਇਨ ਅਦਰ ਮੇਕਿੰਗ ਸ਼ੋਰਟ, ਇੱਕ ਹਵੇਲੀ ਬਣੀ ਹੋਈ ਸੀ ਉਹਦੇ ਥੱਲੇ, ਮਾਤਾ ਸੁੰਦਰੀ ਦੇ ਗੁਰਦੁਆਰੇ ਦੇ ਥੱਲੇ। ਤੇ ਉਸ ਹਵੇਲੀ ਦੀ ਜਿਹੜੀ ਸਲੇਟ ਸੀਗੀ ਬਾਹਰ, ਉੱਥੇ ਲਿਖਿਆ ਹੋਇਆ ਸੀ 1785 ਕਿ ਇਸ ਹਵੇਲੀ ਦੀ ਸੇਵਾ ਬਾਬਾ ਬਘੇਲ ਸਿੰਘ ਤੇ ਜੱਸਾ ਸਿੰਘ ਆਹਲੂਵਾਲੀਆ ਨੇ ਐਸ ਸੰਚ ਕਰਾਈ। ਇਹ ਲਿਖਿਆ ਹੋਇਆ ਸੀ। ਉਹ ਪੂਰੀ ਹਵੇਲੀ ਸੀ। ਉਸ ਤੋਂ ਬਾਅਦ ਉਹ ਲੈਵਲ ਉਹਦਾ ਉੱਤੇ ਹੋ ਗਿਆ ਜ਼ਮੀਨ ਦਾ, ਵਿਚ ਇਜ਼ ਆਬਵੀਅਸ। ਤੇ ਉਹ ਜਿਹੜੀ ਪਲੇਟ ਸੀਗੀ ਸਲੇਟ, ਉਹ ਉਹਨਾਂ ਨੇ ਚੁੱਕ ਕੇ ਡਬਰੀਸ 'ਚ ਸੁੱਟਦੀ, ਜਿਨ੍ਹਾਂ ਨੇ ਵੀ ਉਹਨੂੰ ਡਿਮੋਲਿਸ਼ ਕੀਤਾ। ਇੰਡੀਆ 'ਚ ਸਾਡੇ ਇੱਕ ਬਹੁਤ ਮਿਹਰਬਾਨ ਸੱਜਣ ਦੋਸਤ ਨੇ ਮੇਰੇ, ਡਾਕਟਰ ਚਾਵਲਾ, ਹਿਸਟੋਰੀਅਨ ਨੇ, ਹਿਸਟਰੀ ਡਿਪਾਰਟਮੈਂਟ ਦੇ ਹੈਡ ਵੀ ਰਹੇ ਨੇ, ਵਾਈਸ ਪ੍ਰਿੰਸੀਪਲ ਵੀ ਰਹੇ ਨੇ ਖਾਲਸਾ ਕਾਲਜ। ਉਹਨਾਂ ਨੇ ਇੱਕ ਗੱਲ ਰੌਲਾ ਪਾਇਆ। ਤੇ ਉਹਨਾਂ ਦਿਨਾਂ ਦੇ ਵਿੱਚ ਜਿਹੜੀ ਵੀ ਕਮੇਟੀ ਸੀਗੀ, ਉਹਨਾਂ ਦੇ ਕਿਸੇ ਦੇ ਸਿਰ ਤੇ ਜੂੰ ਨਹੀਂ ਰਹੇਗੀ। ਉਹਨਾਂ ਨੇ ਇਹ ਵੀ ਕਿਹਾ ਕਿ ਭਾਈ ਹਜ਼ਰਤ ਮੁਹੰਮਦ ਦਾ ਇੱਕ ਵਾਲ ਗੁੰਮ ਹੋ ਗਿਆ ਸੀ ਤੇ ਰੌਲਾ ਪੈ ਗਿਆ ਸੀ। ਇਹ ਜਿਹੜੀ ਤਸਵੀਰ ਦੇਖ ਰਹੇ ਹੋ, ਮੈਂ ਤੇ ਮੇਰਾ ਬੇਟਾ ਗਏ ਸੀ ਉੱਥੇ। ਇਹ ਜਿਸ ਤਰ੍ਹਾਂ ਉਹ ਲਾਇਬ੍ਰੇਰੀ ਦੇ ਵਿੱਚ ਸ਼ੀਸ਼ੇ ਦੀ ਅਲਮਾਰੀ ਨਹੀਂ ਹੁੰਦੀ, ਬਾਹਰ ਸ਼ੀਸ਼ਾ ਲੱਗਾ ਹੋਇਆ ਡੋਰ ਤੇ, ਇਹ ਉਹ ਅਲਮਾਰੀ ਹੈ। ਔਰ ਸਿਰਫ ਨਾਰਮਲ ਲੌਕ ਲਗਵਾਇਆ ਸੀ, ਕੋਈ ਸੀਲ ਨਹੀਂ, ਕੋਈ ਕੁਛ ਨਹੀਂ। ਇਹਦੇ ਵਿੱਚ ਹੀ 5 ਸ਼ਸਤਰ ਪਏ ਸੀ। 3 ਸ਼ਸਤਰ ਗਾਇਬ ਹੋ ਗਏ, ਕਿਸੇ ਨੂੰ ਨਹੀਂ ਪਤਾ ਉਹ ਕਿੱਥੇ ਗਏ। ਮੈਂ ਬੇਟੇ ਨੂੰ ਕਿਹਾ, ਮੈਂ ਕਿਹਾ ਯਾਰ ਉਹਨਾਂ ਦੀ ਪਿਕਚਰ ਲੈ ਲੈ, ਉਹ ਨਾ ਹੋਵੇ ਕਿਤੇ ਇਹ ਦੋਵੇਂ ਵੀ ਜਾਂਦੇ ਰਹੇ। ਸੋ ਅਸੀਂ ਇਹ ਉਹ ਕਿਰਪਾਨਾਂ ਨੇ ਜਿਹੜੀਆਂ 10ਵੇਂ ਪਾਤਸ਼ਾਹ ਨੇ ਮਾਤਾ ਸੁੰਦਰ ਕੌਰ ਨੂੰ ਪ੍ਰੈਜ਼ੈਂਟ ਕੀਤੀਆਂ ਸਨ ਐਟ ਦਾ ਟਾਈਮ ਆਫ ਵਿਛੋੜਾ। ਤੇ ਕਮੇਟੀ ਵੱਲੋਂ ਕੋਈ ਐਕਸ਼ਨ ਰੀਐਕਸ਼ਨ ਕੁਛ ਨਹੀਂ। I just wanted to share that. ਹਾਂਜੀ, ਸਮਾਪਤੀ ਕਿਨੇ ਕਰਨੀ ਜੀ ਅੱਜ? ਹਾਂਜੀ ਪਰਮਿੰਦਰ ਜੀ ਪਲੀਜ਼। ਵਾਹਿਗੁਰੂ ਜੀ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਪੌੜੀ ਜੱਜਾ ਜਾਣੇ ਹਉ ਕੁਛ ਹੁਆ ਬਾਧਿਓ ਜਿਉ ਨਲਨੀ ਪ੍ਰਮ ਸੂਆ। ਜਿਉ ਜਾਣੇ ਹਉ ਭਗਤ ਗਿਆਨੀ ਆਗੇ ਠਾਕੁਰ ਤਿਲ ਨਹੀਂ ਮਾਨੀ। ਜਿਉ ਜਾਣੇ ਮੈਂ ਕਥਨੀ ਕਰਤਾ ਵਿਆਪਾਰੀ ਬਸਦਾ ਜਿਉ ਫਿਰਤਾ। ਸਾਧ ਸੰਗ ਜੈ ਹਉਮੈ ਮਾਰੀ ਨਾਨਕ ਤਾਂ ਕੋ ਮਿਲੇ ਮੁਰਾਰੀ। ਸਾਧ ਸੰਗ ਜੈ ਹਉਮੈ ਮਾਰੀ ਨਾਨਕ ਤਾ ਕੋ ਮਿਲੇ
मुरारी वाहिगुरु 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 जी का खालसा वाहिगुरु जी का खालसा वाहिगुरु